ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਵ, ਬਿਖਮ ਨਦੀ ਜਾਏ ਤਰਨੀ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਅਜ਼ਮਤ, ਬਖਸ਼ਿਸ਼, ਮਿਹਰਾਮਤ, ਚੜ੍ਹਦੀ ਸਵੇਰ ਗੁਰੂ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਨ ਹੋਣ ਦਾ ਸੁਭਾਗ ਮਿਲਿਆ ਹੈ। ਅਸੀਂ ਸਤਸੰਗੀ ਬਣ ਰਹੇ ਹਾਂ, ਵਡਭਾਗੀ ਹਾਂ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਪਵਿੱਤਰ ਪਾਵਨ ਗੁਰਬਚਨ ਗੁਰਵਾਕ ਗਿਆਨੀ ਜੀ ਨੇ ਸਾਨੂੰ ਬਾਣੀ ਰੂਪ ਵਿੱਚ ਸਰਵਨ ਕਰਵਾਇਆ ਹੈ। ਅਗਲੇਰੇ ਬਣਦੇ ਸਮੇਂ ਵਿੱਚ ਇਹਨਾਂ ਪਾਵਨ ਗੁਰਵਾਕਾਂ ਗੁਰਬਚਨਾਂ ਦੀ ਅਸੀਂ ਤਕਰੀਰ ਕਰਾਂਗੇ, ਵਿਚਾਰ ਕਰਾਂਗੇ। ਆਓ ਮਰਿਆਦਿਤ ਢੰਗ ਦੇ ਨਾਲ ਗੁਰ ਵਿਚਾਰ ਪ੍ਰਾਰੰਭ ਕਰਨ ਦੀ ਇਜਾਜ਼ਤ ਬਖਸ਼ਦੇ ਹੋਏ ਸਭ ਪ੍ਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਗੁਰਬਚਨ ਰਾਗ ਵਡਹੰਸ ਕੀ ਵਾਰ ਮਹਲ ਚੌਥੇ ਕੀ ਮੁਰਾਦ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਦੁਆਰਾ ਉਚਰਿਤ ਕੀਤੀਆਂ ਗਈਆਂ ਪੌੜੀਆਂ, ਜੋ ਕਿ ਵਾਰ ਦਾ ਮੌਲਿਕ ਸਰੂਪ ਹੈ। ਇੱਕ ਪੌੜੀ ਗੁਰੂ ਰਾਮਦਾਸ ਸਾਹਿਬ ਦੀ ਆ ਰਹੀ ਹੈ ਤੇ ਨਾਲ ਸ਼ਲੋਕ, ਦੋ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤੇ ਗਏ। ਸਮੁੱਚਾ ਪੈਕੇਜ ਆ ਦੋ ਸ਼ਲੋਕ ਤੇ ਇੱਕ ਪੌੜੀ ਦੇ ਰੂਪ ਵਿੱਚ। ਵਿਚਾਰ ਪਹਿਲੇ ਸ਼ਲੋਕ ਤੋਂ ਪ੍ਰਾਰੰਭ ਕਰ ਰਹੇ ਹਾਂ। ਸਭ ਜ਼ਿਕਰ ਕਰਦੇ ਸ਼ਲੋਕ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ, ਦੂਜੈ ਪਾਏ ਅਤ ਦੁੱਖ ਲਗਾ, ਮਰ ਜਮੈ ਆਵੈ ਜਾਏ। ਬਿਨ ਸਤਿਗੁਰ ਸੇਵੇ ਜਗਤ ਮੁਆ। ਜੀਵਨ ਜਿਸ ਚੀਜ਼ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ, ਬੰਦੇ ਦੀ ਸੋਚ ਉਸੇ ਤਰੀਕੇ ਨਾਲ ਕੰਮ ਕਰਨ ਲੱਗ ਜਾਂਦੀ। ਜੇ ਆਪਾਂ ਅੱਜ ਦੀ ਦੁਨੀਆ 'ਚ ਦੇਖੀਏ ਤੇ ਜਿਸ ਨੂੰ ਅਸੀਂ ਹਿਪਨੋਸਿਸ ਕਹਿ ਸਕਦੇ ਹੈਗੇ ਹਾਂ, ਜਿਸ ਨੂੰ ਅਸੀਂ ਮਾਇਆ ਦਾ ਤਿਲਿਸਮ ਕਹਿ ਸਕਦੇ ਹਾਂ, ਇਹਦੇ ਤੋਂ ਅਸੀਂ ਬਹੁਤ ਪ੍ਰਭਾਵਿਤ ਹਾਂ। ਤੇ ਇਸ ਸ਼ੋਖ ਜੀ ਰੰਗ ਵਾਲਾ ਜਿਹੜਾ ਬਹਿਰੂਨੀ ਰੂਪ ਹੈ ਸੰਸਾਰ ਦਾ, ਇਹਦੇ ਵਿੱਚ ਜੀਣ ਵਾਲੇ ਬੰਦੇ ਨੂੰ ਜਿਹੜੀ ਡੀਪ ਲੈਵਲ ਦੀ ਜ਼ਿੰਦਗੀ ਦੀ ਅਸਲ ਸੋਚ ਆ ਜਾਂ real approach toward this human life or toward this world, we are not able to grab that, we are not able to live that. ਜੋ ਬਚਨ ਆਪ ਸਰਵਨ ਕਰ ਰਹੇ ਸੀਗੇ, ਇਹਦਾ ਅਹਿਸਾਸ ਬੰਦੇ ਨੂੰ ਸਰਫੇਸ ਤੇ ਰਹਿਣ ਨਾਲ ਤੇ ਨਹੀਂ ਹੁੰਦਾ, ਕਿਉਂਕਿ ਸਰਫਸ ਦੇ ਉੱਤੇ ਤੇ ਸਾਨੂੰ ਜੋ ਹੈ ਨਜ਼ਰ ਪੈਂਦਾ ਕਿ ਫਿਜ਼ੀਕਲ ਡੈਥ ਇਜ਼ ਅਲਟੀਮੇਟ ਡੈਥ, ਬਟ ਬਾਬਾ ਜੀ ਇਜ਼ ਨਾਟ ਟਾਕਿੰਗ ਅਬਾਊਟ ਦੈਟ ਡੈਥ। ਬਿਨ ਸਤਿਗੁਰ ਸੇਵੇ ਜਗਤ ਮੁਆ, ਕਿਉਂਕਿ ਉਸਨੂੰ ਤੇ ਬਾਣੀ ਕਹਿੰਦੀ ਕਿ ਸਾਈਕਲ ਆ ਜੋ ਪਿੱਛੋਂ ਚੱਲਿਆ ਤੇ ਅੱਗੇ ਜਾ ਰਿਹਾ। ਮਤਲਬ ਤੱਤਾਂ ਦਾ ਜੁੜਨਾ ਤੇ ਤੱਤਾਂ ਦਾ ਉਖੜ ਜਾਣਾ। In a way, if we pay attention to what Guru Granth Sahib's Bani, then we can easily find out Bani is telling us life is evolution. It's 5 elements have been evolved and converted in life. ਇਹ ਰੂਪ ਆ
ਤੇ ਜਿਸ ਦਿਨ ਡੈਥ ਹੁੰਦੀ ਹੈ, that is also in Mother Nature's process, and that process actually coming as a dismantle of 5 elements. 5 ਤੱਤ ਇਕੱਠੇ ਹੋਏ ਕਿਸੇ ਰੀਜ਼ਨ ਕਰਕੇ, 5 ਤੱਤ ਜੁਦਾ ਹੋ ਗਏ ਕਿਸੇ ਰੀਜ਼ਨ ਕਰਕੇ। ਇਹੀ ਐਕਚੁਅਲੀ ਬਰਥ ਐਂਡ ਡੈਥ ਦਾ ਕੌਨਸੈਪਟ ਹੈ। ਇਸ ਨੂੰ ਬਾਣੀ ਨੇ ਬੜੇ ਕਮਾਲ ਦੇ ਰੰਗਾਂ 'ਚ ਬਿਆਨ ਕੀਤਾ। ਕਿਤੇ ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਕਿ ਪੌਣ ਪਾਣੀ ਅਗਨੀ ਕਾ ਮੇਲ, 5 ਤੱਤ ਪੌਣ ਪਾਣੀ ਅਗਨੀ ਆਦ ਇਕੱਠੇ ਹੋ ਗਏ। ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਚੰਚਲ ਚਪਲ ਬੁੱਧ ਜਿਹੜਾ ਬੜਾ ਕਲੈਵਰ ਇੰਟਲੈਕਟ ਹੈ ਸਾਡੇ ਅੰਦਰ, ਜਿਹੜਾ ਸਾਨੂੰ ਇਹ ਸਭ ਨੂੰ ਵੇਖਣ ਵੀ ਨਹੀਂ ਦਿੰਦਾ, ਉਹ ਇਹਨੂੰ ਸਾਨੂੰ ਸਮਝਣ ਹੀ ਨਹੀਂ ਦਿੰਦਾ ਕਿ ਅਸੀਂ ਜਸਟ ਡਸਟ, air and some sort of energy that is coming at together and this is happening as a life। ਉਹ ਦੇਖਣ ਨਹੀਂ ਦਿੰਦਾ। ਉਹ ਤੇ ਹੋਰ ਜੇ ਅਸੀਂ ਡੀਪ ਕਰ ਲਈਏ ਤੇ ਬਾਬਾ ਜੀ ਕਹਿੰਦੇ ਬੰਦੇ ਕਦੀ ਗਹਿਰੇ ਤਲ ਤੇ ਸੋਚ ਕੇ ਤੇ ਦੇਖ ਹੈ ਕੀ ਹੈ। ਵਿਸ਼ਟਾ ਅਸਤ ਰਕਤ ਪ੍ਰੇਟੇ ਚਾਮ। ਸਾਡੀ ਇਸ ਬਾਡੀ ਦੇ ਵਿੱਚ ਅਰਾਊਂਡ ਮਤਲਬ 900 ਗ੍ਰਾਮ ਤੋਂ ਲੈ ਕੇ 1 kg ਵੈਰੀ ਕਰਦੀ ਹੈ ਬੰਦੇ ਦੇ ਮੈਟਾਬੋਲਿਜ਼ਮ ਤੇ ਬੰਦੇ ਦੀ ਹਾਈਟ ਵੇਟ ਦੇ ਉੱਤੇ। ਪਰ ਇੰਨਾ ਕੁ ਸਟੂਲ ਸਾਡਾ ਸਟਮਕ ਹਰ ਵਕਤ ਕੈਰੀ ਕਰਦਾ ਆ, ਐਵਰੀ ਟਾਈਮ। ਜੇ ਉਹ ਕੈਰੀ ਨਹੀਂ ਕਰਾਂਗੇ ਵੀ ਗੋਨਾ ਗੈਟ ਲੂਜ਼ ਮੋਸ਼ਨ। ਇਹ ਸਾਡਾ ਇਹ ਹੈ। ਆਪਾਂ ਬਾਹਰ ਕਿਤੇ ਦੁਨੀਆ 'ਚ ਵੇਖੀਏ, ਕਿਤੇ ਕੋਈ ਵਿਸ਼ਟਾ ਦੀ ਗੱਲ ਵੀ ਹੋ ਜਾਏ, people always actually don't feel good, oh no that's ਇਸ ਪਾਸੇ ਨਹੀਂ ਜਾਣਾ। ਸਭ ਕਹਿੰਦੇ ਹਰ ਵਕਤ ਕੈਰੀ ਕਰਦਾ ਵਿਸ਼ਟਾ ਅਸਤ। ਅਸਤ ਕਹਿੰਦੇ ਹੱਡਾਂ ਨੂੰ, ਮੋਟੇ ਮੋਟੀਆਂ ਹੱਡੀਆਂ ਨੇ ਸਾਰੀਆਂ ਇਹ। ਫਿਰ ਰਕਤ, ਖੂਨ ਹੀ ਖੂਨ ਆ, ਹੱਡੀਆਂ ਦੇ ਅੰਦਰ ਵੀ ਖੂਨ ਚੱਲ ਰਿਹਾ ਹੈ, ਬਾਹਰ ਵੀ ਚੱਲ ਰਿਹਾ ਹੈ, ਵੇਨਸ ਦੇ ਖੂਨ ਕੈਰੀ ਕਰ ਹੀ ਰਹੀਆਂ ਨੇ, ਹਾਰਟ ਪੰਪ ਕਰ ਰਿਹਾ ਹੈ। ਫਿਰ ਚਮੜੀ ਦੇ ਬਿਲਕੁਲ ਥੱਲੇ ਪਾਸੇ ਬਹੁਤ ਬਰੀਕ ਤਰੀਕੇ ਦੇ ਨਾਲ ਜਿਨ੍ਹਾਂ 'ਚ ਨਿਊਰੋ ਟਰਾਂਸਮੀਟਰਸ ਕੰਮ ਕਰਦੇ ਨੇ ਸਾਰੇ ਦੇ ਸਾਰੇ, ਇਹ ਵੀ ਸਾਰਾ ਖੂਨ ਹੀ ਹੈ। ਹਾਂ, ਕੁਦਰਤ ਨੇ ਇੱਕ ਕਮਾਲ ਇਹ ਕਰ ਦਿੱਤੀ, ਵਿਸ਼ਟਾ ਅਸਤ ਰਕਤ ਪ੍ਰੇਟੇ ਚਾਮ, ਮਤਲਬ ਚਮੜੀ ਲਾ ਦੇ ਉੱਤੇ, ਸਕਿਨ, ਜਿਹਨੂੰ ਵੇਖ ਵੇਖ ਕੇ ਆਪਾਂ ਖੁਸ਼ ਹੋਈ ਜਾਂਦੇ ਹਾਂ। ਵਾਓ ਕਿੰਨੀ ਸੋਹਣੀ ਹੈ, ਕਿੰਨੀ ਸੋਹਣੀ ਚਮੜੀ ਹੈ। ਬਾਬਾ ਜੀ ਕਹਿੰਦੇ ਕਿਆ ਕਮਾਲ ਆ, ਇੰਟਲੈਕਟ ਇੰਨਾ ਕਮਾਲ ਦਾ ਇੱਥੇ, ਪਰ ਇੰਨੀ ਵੀ ਨਹੀਂ ਸਮਝ ਵੀ ਹੈ ਤੇ ਕੁਛ ਵੀ ਨਹੀਂ, ਜਸਟ ਇਟਸ ਇੱਕ ਬਹੁਤ ਪਤਲੀ ਜੀ ਲੇਅਰ ਆ, ਬਾਕੀ ਸਾਰਾ ਕੁਛ ਤੇ ਉਹੀ ਹੈ। ਵਿਸ਼ਟਾ ਅਸਤ ਰਕਤ ਪ੍ਰੇਟੇ ਚਾਮ, ਤਿਸ ਉੱਪਰਲੇ ਰੱਖਿਓ ਗੁਮਾਨ, ਹੰਕਾਰ ਕਰਦਾ ਇਹਦਾ। ਹੁਣ ਇਹ ਜਿਹੜੀ ਚੀਜ਼ ਆ, ਇਹ ਮਾਫੀ ਮੰਗਾਂਗਾ, ਬੰਦਾ ਕਲੇਮ ਤੇ ਕਰਦਾ ਵੀ ਮੈਂ ਬੜਾ ਇੰਟੈਲੀਜੈਂਟ ਆ। ਬਾਣੀ ਕਹਿੰਦੀ ਤੂੰ ਅਮੂੜ ਹੈ, ਤੂੰ ਚੀਜ਼ਾਂ ਨੂੰ ਸਹੀ ਰੂਪ ਵਿੱਚ ਵੇਖ ਹੀ ਨਹੀਂ ਰਿਹਾ, ਤੂੰ ਇੱਕ ਅਜੀਬ ਤਰ੍ਹਾਂ ਦੀ ਸੋਚ ਬਣਾ ਲਈ ਹੈ, ਉਹਦੇ ਵਿੱਚ ਜਾ ਕੇ ਵੇਖਦਾ। ਰਿਐਲਿਟੀ 'ਚ ਦੇਖੇਗਾ, ਦੇਹੀ ਮਾਟੀ ਬੋਲੇ ਪਾਉਣ, ਇਹ ਮਿੱਟੀ ਹੈ ਤੇ ਇਹਦੇ 'ਚ ਬੋਲਣ ਵਾਲੇ ਪ੍ਰਾਣ ਨੇ, ਹਵਾ, ਬਸ ਨਥਿੰਗ ਐਲਸ। ਦੇਹੀ ਮਾਟੀ ਬੋਲੇ ਪਾਉਣ, ਬੁੱਝ ਰੇ ਗਿਆਨੀ ਮੂਆ ਹੈ ਕੌਣ। ਵੇਖਤੇ ਸਹੀ, ਤੇਰੇ ਮਰਨ ਤੋਂ ਪਹਿਲਾਂ ਕੀ ਮਰ ਗਿਆ, ਤੂੰ ਮਰੇ ਇਸ ਤੋਂ ਪਹਿਲਾਂ ਕੁਝ ਹੋਰ ਮਰ ਗਿਆ ਆਲਰੇਡੀ। ਵਟ ਇਜ਼ ਦੈਟ? who is already died, who is already actually dead, what is that? ਬਾਬਾ ਜੀ ਕਿਆ ਦੇਹੀ ਮਾਟੀ ਬੋਲੇ ਪੌਣ, ਬੁੱਝ ਰੇ ਗਿਆਨੀ ਮੂਆ ਹੈ ਕੌਣ। ਮੁਈ ਸੁਰਤ ਬਾਦ ਅਹੰਕਾਰ। ਤੇਰੀ ਜਿਹੜੀ ਈਗੋਟਿਸਟ ਅਪਰੋਚ ਹੈ ਨਾ ਲਾਈਫ ਦੇ ਬਾਬਤ, ਇਹਨੇ ਤੇਰੀ ਸੁਰਤ ਮਾਰ ਦਿੱਤੀ ਹੈ, ਅਵੇਅਰਨੈਸ। ਇਹ ਤੇ ਮਰ ਗਈ ਆਲਰੇਡੀ, ਯੂ ਆਰ ਨੋਟ ਅਵੇਅਰ ਦੈਟ ਮਚ। ਜੇ ਅਵੇਅਰ ਨਹੀਂ ਹੈਗਾ ਤੇ ਫਿਰ ਅਨਅਵੇਅਰ ਬੰਦੇ ਨੂੰ ਤੇ ਮਤਲਬ ਕੁਛ ਵੀ ਨਹੀਂ ਪਤਾ। ਬਾਬਾ ਜੀ ਇਸ ਮੌਤ ਦੀ ਗੱਲ ਕਰਦੇ ਇਹਦੇ 'ਚ, ਹੋਪ ਆਪਾਂ ਬਾਤ ਪਕੜ ਸਕੇ ਹੋਈਏ। ਬਚਨ ਹੈ ਬਿਨ ਸਤਿਗੁਰ ਸੇਵੇ ਜਗਤ ਮੂਆ। ਇਸ ਤਰ੍ਹਾਂ ਜਗਤ ਮੂਆ, ਇਹ ਜਿਹੜੀ ਡੈਥ ਆ, ਅਸੀਂ ਸਾਰੇ ਇਸ ਰੂਪ ਵਿੱਚ ਹੰਡਾ ਰਹੇ ਹਾਂ। ਅਸੀਂ ਅਵੇਅਰ ਨਹੀਂ ਹੈਗੇ, ਅਨਅਵੇਅਰ ਹਾਂ। ਅਸੀਂ ਜੀਵਨ ਨੂੰ ਉਸ ਲੈਵਲ 'ਤੇ ਨਹੀਂ ਸਮਝ ਰਹੇ ਜਿਸ ਲੈਵਲ 'ਤੇ ਸਾਨੂੰ ਸਮਝਣਾ ਚਾਹੀਦਾ। ਸੋ ਇਹ
ਸਰਫਸ ਦੇ ਉੱਤੇ ਜੋ ਕੁਝ ਦਿਸਦਾ ਇਹਦੇ ਥੋੜ੍ਹਾ ਡੀਪ ਲੈਵਲ 'ਤੇ ਦੇਖ, ਇਹਨੂੰ ਫਿਰ ਤੈਨੂੰ ਅਹਿਸਾਸ ਹੋਏਗਾ ਕਿ ਜੀਵਨ ਅਸਲ ਰੂਪ ਵਿੱਚ ਹੈ ਕੀ ਹੈ। ਅਤੇ ਉਹਦੇ ਅੰਦਰ ਫਿਰ ਤੈਨੂੰ ਸਤਿਗੁਰੂ ਯਾਦ ਆਏਗਾ। ਅਤੇ ਸਤਿਗੁਰੂ ਦਾ ਮਤਲਬ ਇੱਥੇ ਫਿਰ ਬਾਤ ਕਰਾਂਗਾ, ਕਿਉਂਕਿ ਗੱਲ ਹੁੰਦੀ ਹੈ ਕਿ ਥੋੜ੍ਹਾ ਬਹੁਤਾ ਕਿਤੇ ਸਮਝ ਦਾ ਲੈਵਲ ਆਵੇ ਅਤੇ ਉਹਦੇ ਵਿੱਚ ਬੰਦਾ ਗਵਾਚ ਜਾਂਦਾ। ਅਤੇ ਜਿਵੇਂ ਹੀ ਗਵਾਚਦਾ ਅਤੇ ਉਹ ਫਿਰ ਚੀਜ਼ਾਂ ਨੂੰ ਮਤਲਬ ਗਲਤ ਡਾਇਰੈਕਸ਼ਨ ਵਿੱਚ ਐਕਸੈਪਟ ਅਤੇ ਅਡੋਪਟ ਕਰਨ ਲੱਗ ਜਾਂਦਾ। ਜਿਵੇਂ ਧਰਮ ਦੇ ਨਾਂ ਦੇ ਉੱਤੇ ਜਿਹੜੇ ਸੁਪਰਸਟੀਸ਼ੀਅਸ ਬਿਲੀਵ ਸਿਸਟਮ ਨੇ, ਇਹ ਹਮੇਸ਼ਾ ਲੋਕਾਂ ਨੇ ਅਡੋਪਟ ਕੀਤੇ ਨੇ। ਸਪਿਰਿਚੁਅਲਿਟੀ ਦਾ ਸਭ ਤੋਂ ਵੱਡਾ ਜਿਹੜਾ ਐਨਮੀ ਹੈ ਸਾਡੀ ਦੁਨੀਆ ਦੇ ਵਿੱਚ, ਉਹ ਸੁਪਰਸਟੀਸ਼ੀਅਸ ਬਿਲੀਵ ਸਿਸਟਮ ਹੈ, ਜਿਹੜਾ ਸਾਨੂੰ ਅਸਲ ਰੂਹਾਨੀ ਰਾਹ ਦੇ ਉੱਤੋਂ ਦੂਰ ਲੈ ਜਾਂਦਾ। ਕਿਤੇ ਇਨ ਬਿਨ ਇਲਿਟਰੇਸ਼ਨ, ਅਗਿਆਨਤਾ, ਅਮੂੜਤਾ ਜਿਹੜੀ ਹੈ, ਅੱਜ ਵੀ ਲੋਕ ਵਿਅਕਤੀ ਪੂਜਾ 'ਚ ਵਿਸ਼ਵਾਸ ਕਰਦੇ, ਸ਼ਕਤੀ ਆਸਥਾ ਉਹਨਾਂ ਨੂੰ ਨਾ ਕਰਨੀ ਆਉਂਦੀ। ਅੱਜ ਵੀ ਸਮਾਜ ਦੇ ਵਿੱਚ ਜਦੋਂ ਸਤਿਗੁਰੂ ਦੀ ਗੱਲ ਕੀਤੀ ਜਾਂਦੀ, ਮੋਸਟਲੀ ਵੀ ਗੈਟ ਲੋਸਟ ਐਕਚੁਅਲੀ ਇਨ ਸਮਵੇਅਰ, ਜਿੱਥੇ ਅਸੀਂ ਸੋਚਦੇ ਕਿ ਸ਼ਾਇਦ ਇੱਥੇ ਕਿਸੇ ਇੰਡੀਵਿਜੂਅਲ ਦੀ ਗੱਲ ਹੋ ਰਹੀ ਹੈ, ਕਿਸੇ ਸ਼ਖਸ ਦੀ ਗੱਲ ਹੋ ਰਹੀ ਹੈ। ਬਾਬਾ ਜੀ ਸ਼ਖਸ ਦੀ ਗੱਲ ਨਹੀਂ ਕਰਦੇ ਸਤਿਗੁਰੂ ਦੇ ਰੂਪ ਦੇ ਵਿੱਚ। ਇਹਦੇ ਗੁਰੂ ਸਾਹਿਬ ਨੇ, ਜਿਵੇਂ ਆਪ ਬਾਣੀ ਪੜ੍ਹੋਗੇ, ਸਿੱਧ ਗੋਸ਼ਟ ਪੜ੍ਹਨ ਵਾਲੀ ਰਚਨਾ ਹੈ। ਗੁਰੂ ਨਾਨਕ ਸਾਹਿਬ ਸਿੱਧਾਂ ਕੋਲ ਗਏ। ਸਿੱਧ ਉਹ ਬੜੇ ਇੰਟਲੈਕਚੁਅਲ ਲੋਕ ਸੀਗੇ, ਨੋ ਡਾਊਟ। ਆਪਾਂ ਜੇ ਪੂਰੀ ਬਾਣੀ ਪੜ੍ਹੀਏ ਅਤੇ ਬਾਬਾ ਜੀ ਦੇ ਨਾਲ ਜਿਨ੍ਹਾਂ ਨੇ ਬੜੀ ਲੰਮੀ ਚੌੜੀ ਡਿਬੇਟ ਕੀਤੀ ਹੈ, ਉਹ ਵਕਤ ਦੇ ਕਾਜ਼ੀ ਨਹੀਂ ਹੈ। ਹਾਲਾਂਕਿ ਉਹ ਵੀ ਬੜੇ ਆਪਣੇ ਆਪ ਨੂੰ ਕਲੇਮ ਕਰਦੇ ਸੀ ਕਿ ਵੀ ਆਰ ਰਿਲੀਜੀਅਸ ਲੀਡਰਸ। ਬ੍ਰਾਹਮਣਾਂ ਨੇ ਨਹੀਂ ਕੀਤੀ ਹੈ। ਦੇ ਵਰ ਆਲਸੋ ਕਲੇਮਿੰਗ ਵੀ ਆਰ ਰਿਲੀਜੀਅਸ ਲੀਡਰਸ। ਨੋ, ਕਿਉਂਕਿ ਉਹਨਾਂ 'ਚ ਤਾਂ ਤਾਬ ਹੀ ਨਹੀਂ ਹੈ, ਸਮਰੱਥਾ ਹੀ ਨਹੀਂ ਹੈ ਬਾਬੇ ਦੇ ਤੇਜ ਦੇ ਸਾਹਮਣੇ ਖੜ ਸਕਣ ਦੀ। ਜਿਨ੍ਹਾਂ ਨੇ ਬਾਬੇ ਨੂੰ ਕ੍ਰੋਸ ਐਗਜ਼ਾਮਿਨ ਕੀਤਾ, ਜਿਨ੍ਹਾਂ ਨੇ ਬਾਬੇ ਨਾਲ ਜਾ ਕੇ ਦਸਤ ਪੰਜਾ ਲਿਆ, ਉਹ ਯੋਗੀ ਸੀਗੇ, ਉਹ ਸਿੱਧ ਲੋਕ ਸੀਗੇ। ਉਹ ਵਾਰ-ਵਾਰ ਆਉਂਦੇ ਰਹੇ, ਉਹ ਬਾਬਾ ਜੀ ਦੇ ਨਾਲ ਜਿਹੜਾ ਹੈਗਾ ਦਸਤ ਪੰਜਾ ਕਰਦੇ ਰਹੇ, ਕਿਉਂਕਿ ਉਹ ਬਹੁਤ ਹਾਇਰ ਲੈਵਲ ਦੇ ਇੰਟਲੈਕਚੁਅਲ ਆਪਣੇ ਆਪ ਨੂੰ ਸਮਝਦੇ ਸੀ ਅਤੇ ਹੈ ਵੀ ਸੀ। ਜਦੋਂ ਬਾਬਾ ਜੀ ਨਾਲ ਬਾਤ ਕਰਦੇ ਤਾਂ ਬਾਬਾ ਜੀ ਨੂੰ ਉਹ ਬਿਲਕੁਲ ਬੇਸਿਕਸ ਤੋਂ ਲੈਂਦੇ ਅਤੇ ਉਹ ਕਹਿੰਦੇ ਠੀਕ ਹੈ, ਤੁਸੀਂ ਤਾਂ ਜਗਤ ਦੇ ਗੁਰੂ ਹੋ, ਮੰਨ ਲਿਆ ਅਸੀਂ, ਪਰ ਅਸੀਂ ਤੁਹਾਨੂੰ ਪੁੱਛਦੇ ਹਾਂ ਤੁਹਾਡਾ ਗੁਰੂ ਕੌਣ ਹੈ? ਜੋ ਗੁਰੂ ਤੋਂ ਬਿਨਾਂ ਤਾਂ ਗਤੀ ਕੋਈ ਨਹੀਂ ਹੈ। ਸੋ ਤੁਸੀਂ ਗੁਰੂ ਕਿਹਨੂੰ ਮੰਨਦੇ ਹੋ? ਜਦੋਂ ਬਚਨ ਪੜ੍ਹਦੇ ਨਾ, ਕਵਨ ਗੁਰੂ ਜਿਸਕਾ ਤੂੰ ਚੇਲਾ, ਦੱਸ ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਆ। ਤਾਂ ਉੱਥੇ ਬਾਬਾ ਜੀ ਨੇ ਕਿਹਾ ਕਿ ਸਿੱਧ ਲੋਕੋ ਭੁਲੇਖਾ ਖਾ ਗਏ ਹੋ। ਅਸਲ 'ਚ ਮੈਂ ਤਾਂ ਕਦੀ ਕਲੇਮ ਹੀ ਨਹੀਂ ਕੀਤਾ ਮੈਂ ਗੁਰੂ ਹਾਂ। ਗੁਰੂ ਤਾਂ ਇੱਕ ਹੀ ਹੈ। ਉਹ ਕੌਣ ਹੈ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸਾਰੀ ਕਾਇਨਾਤ ਦਾ ਇੱਕੋ ਹੀ ਗੁਰੂ ਹੈ, ਸ਼ਬਦ ਗੁਰੂ। ਜਿਹੜਾ ਸ਼ਬਦ ਆ ਇੱਕ ਇੰਸਟੀਟਿਊਸ਼ਨ ਦੇ ਰੂਪ ਵਿੱਚ ਆਉਂਦਾ ਆ। ਆਪ ਅਹਿਸਾਸ ਕਰੋ, ਇਹ ਮਤਲਬ ਗੁਰੂ ਸਾਹਿਬ ਨੇ ਬਿਲਕੁਲ ਮਨੁੱਖਤਾ ਲਈ ਬਲਦੀ ਹੋਈ ਸ਼ਮਾ ਦੀ ਤਰ੍ਹਾਂ ਰੌਸ਼ਨੀ ਦਿਖਾਈ ਕਿ ਆਹ ਰੌਸ਼ਨੀ ਹੈ ਭਾਈ, ਇਹਦੇ ਵਿੱਚੋਂ ਹੀ ਇਨਲਾਈਟਮੈਂਟ ਹੋਣੀ ਹੈ ਤੁਹਾਡੀ। ਬਾਕੀ ਸਭ ਚੀਜ਼ਾਂ, ਜਿਵੇਂ ਸਪੋਜ਼ ਕਰੋ ਆਪਾਂ ਪ੍ਰਸ਼ਾਦਾ ਛਕਣ ਲਈ ਜਾਂਦੇ ਹਾਂ ਲੰਗਰ ਹਾਲ ਦੇ ਵਿੱਚ, ਉੱਥੇ ਸਾਡੇ ਕੋਲ ਥਾਲ ਵੀ ਹੈ, ਗਲਾਸ ਵੀ ਹੈ, ਚਮਚ ਵੀ ਹੈ। ਜੇ ਹੋ ਸਕਦਾ ਕੋਈ ਅਸੀਂ ਥਾਲੀ ਦਾ ਡਿਜ਼ਾਈਨ ਇਸ ਰੂਪ ਵਿੱਚ ਕੀਤਾ, ਅਦਰਵਾਈਜ਼ ਡਿਫਰੈਂਟ ਕਿਸਮ ਦੇ ਬੌਲ ਜਾਂ ਕਟੋਰੀਆਂ ਵੀ ਹੋ ਸਕਦੀਆਂ ਨੇ ਉਸ ਸਾਰੇ ਰੂਪ ਦੇ ਵਿੱਚ। ਇਹ ਸਭ ਚੀਜ਼ਾਂ ਇਹ ਸਾਡਾ ਪੇਟ ਨਹੀਂ ਭਰਦੀਆਂ, ਹਾਂ ਹੈਲਪ ਜ਼ਰੂਰ ਕਰ ਸਕਦੀਆਂ ਨੇ ਪੇਟ ਭਰਨ ਦੇ ਵਿੱਚ। ਜਿਸ ਨੇ ਪੇਟ ਭਰਨਾ ਆ ਉਹ ਅਨਾਜ ਹੈ, ਉਹ ਫੂਡ ਹੈ। ਇਹ ਜੋ ਵੀ ਚੀਜ਼ਾਂ ਬਾਕੀ ਸਭ ਰੂਪ ਦੇ ਵਿੱਚ ਨੇ ਉਹ ਮਦਦਗਾਰ ਹੋ ਸਕਦੀਆਂ ਨੇ, ਪਰ ਐਂਡ ਗੋਲ ਜਿਹੜਾ ਆ ਉਹ ਹੈ ਕਿ ਸਾਨੂੰ ਜਿਹੜੀ ਅਸਲ ਸਾਡੀ ਖੁਰਾਕ ਆ ਉਹ ਹੈ ਵਿਚਾਰ, ਉਹ ਹੈ ਖਿਆਲ, ਉਹ ਹੈ ਸੋਝੀ, ਉਹ ਹੈ ਸੋਚ, ਉਹ ਹੈ ਰਾਵਾਂ, ਉਹ ਨੇ ਟੀਚਿੰਗਸ। ਐਂਡ ਜੇ ਬਿਲਕੁਲ ਲੈਂਦਾ ਜਾਏ ਤਾਂ ਉਹ ਹੈ ਸ਼ਬਦ। ਜੇ ਸ਼ਬਦ ਦੀ ਸੇਵਾ 'ਚ ਨਹੀਂ ਲੱਗਾਂਗੇ, ਜੇ ਖਿਆਲ, ਬਚਨ, ਬੋਲ, ਲਫ਼ਜ਼, ਅਲਫਾਜ਼, ਹਰਫ ਇਹ ਨਹੀਂ ਪਕੜਾਂਗੇ ਉਸ ਤਰ੍ਹਾਂ ਦੇ ਜਿਹੜੇ ਜੀਵਨ ਨੂੰ ਸਵਾਰਨ ਵਾਲੇ, ਸੰਭਾਲਣ ਵਾਲੇ, ਸਮਝਾਉਣ ਵਾਲੇ ਨੇ, ਅਸੀਂ ਕਮਲੇ ਹੋ ਜਾਵਾਂਗੇ, ਅਸੀਂ ਬਾਵਲ ਹੋ ਜਾਵਾਂਗੇ। ਗੁਰੂ ਬਾਬਾ ਜੀ ਉਹਦੀ ਬਾਤ ਕਰਦੇ। ਸਮਾਜ ਸੰਸਾਰ ਨੂੰ ਚਲਾਉਣ ਵਾਸਤੇ ਸੋਚ ਚਾਹੀਦੀ ਹੈ, ਖਿਆਲ ਚਾਹੀਦੇ ਨੇ। ਮਨੁੱਖ ਨੂੰ ਆਪਣਾ ਜੀਵਨ ਸੁਧਾਰਨ ਵਾਸਤੇ ਸੋਚ ਚਾਹੀਦੀ ਹੈ, ਖਿਆਲ ਚਾਹੀਦੇ ਨੇ। ਉਹ ਖਿਆਲ ਕਿਸੇ ਹਾਇਰ ਅਥਾਰਟੀ ਤੇ ਹਾਇਰ ਲੈਵਲ ਦੇ ਉਸ ਇੰਟਲੈਕਚੁਅਲ ਲੈਵਲ ਦੀ ਪ੍ਰਵਿਰਤੀ ਵਿੱਚੋਂ ਆਉਣ, ਜਿਹੜੀ
ਬੰਦੇ ਨੂੰ ਅਧਿਆਤਮੀ ਤਲ ਦੇ ਉੱਤੇ ਮਤਲਬ ਸੁਪੀਰੀਅਰ ਲੈਵਲ ਤੇ ਲੈ ਆਵੇ, ਇਹਨੂੰ ਹੋਰ ਸਰਲ ਕਰ ਲਿਆ ਜਾਏ। ਅੱਗੇ ਜਾ ਕੇ ਵਕਾਰਾਂ ਦੀ ਗੱਲ ਹੋਏਗੀ ਇਹਨਾਂ ਸ਼ਬਦਾਂ ਦੇ ਵਿੱਚ ਹੀ। ਸਾਨੂੰ ਜਿਹੜੀਆਂ ਬੈਡ ਡੀਡਸ ਨੇ ਉਹ ਸਾਡੀਆਂ ਫੋਰਸਸ ਸਾਨੂੰ ਚਲਾਉਂਦੀਆਂ ਨੇ। ਬੰਦੇ ਦਾ ਅੱਜ ਦੀ ਤਾਰੀਖ ਦੇ ਵਿੱਚ ਬਾਤ ਕੀਤੀ ਜਾਂਦੀ ਹੈ ਕਿ 90% ਸਾਡੀ ਜਿਹੜੀ ਐਨਰਜੀ ਹੈ ਸਾਡੇ ਬਿਹੇਵੀਅਰ ਨੂੰ ਸ਼ੇਪ ਦੇਣ ਵਾਲੀ, ਉਹ ਕੁਝ ਹੋਰ ਨਹੀਂ ਗਾ, ਸਾਡਾ ਐਗਰੈਸ਼ਨ ਹੈ। ਐਗਰੈਸ਼ਨ ਜੇ ਥੋੜ੍ਹਾ ਜਿਹਾ ਇਸ ਨੂੰ ਹੋਰ ਐਕਸੀਲੇਟ ਕਰ ਦਿੱਤਾ ਜਾਏ ਤਾਂ ਇਹ ਐਂਗਰ 'ਚ ਕਨਵਰਟ ਹੋ ਜਾਂਦਾ। ਜੇ ਥੋੜ੍ਹਾ ਹੋਰ ਕਨਵਰਟ ਕਰ ਦਿੱਤਾ ਜਾਏ ਤਾਂ ਡੈਫੀਨੇਟਲੀ ਬੰਦਾ ਵਰਬਲ ਕਹਿ ਲਓ, ਫਿਜ਼ੀਕਲ ਕਹਿ ਲਓ, ਇੱਕ ਮਤਲਬ ਅਬਿਊਸਿਵ ਲੈਵਲ 'ਤੇ ਆ ਜਾਂਦਾ ਹੈ। ਅਤੇ ਉਹਦੇ 'ਚ ਫਿਰ ਜਿਹਨੂੰ ਅਸੀਂ ਕਈ ਨਾਮ ਦੇ ਦਿੰਦੇ ਹਾਂ, ਇਹਦੀ ਸ਼ੁਰੂਆਤ ਇੱਕ ਤਰ੍ਹਾਂ ਦੇ ਨਾਲ ਇੱਕ ਬੁਲੀ ਤੋਂ ਹੁੰਦੀ ਹੈ, ਫਿਰ ਅੱਗੇ ਅੱਗੇ ਨਾਮ ਵੱਧਦੇ ਜਾਂਦੇ ਨੇ ਉਸ ਰੂਪ ਦੇ ਵਿੱਚ। ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਇੱਕ ਜਿਹੜੀ ਵੱਡੀ ਸਾਨੂੰ ਬੈਡ ਡੀਡ ਸਾਡੇ ਅੰਦਰ ਲਗਾਤਾਰ ਜਿਹੜਾ ਚੱਲਦਾ, ਜਿਸ 'ਚ ਐਨਵੀ ਕੰਪਲੈਕਸ ਜਿਹਨੂੰ ਕਿਹਾ ਗਿਆ, ਜਿਹਦੀਆਂ ਜੜ੍ਹਾਂ ਈਰਖਾ ਵਿੱਚ ਆਉਂਦੀਆਂ, ਜੈਲਸ ਵਿੱਚ ਆਉਂਦੀਆਂ, ਇਸ ਰੂਪ ਦੇ ਵਿੱਚ। ਜੇ ਹੋਰ ਅਸੀਂ ਇਹਨੂੰ ਧਿਆਨ ਨਾਲ ਦੇਖਾਂਗੇ, ਇਫ ਯੂ ਟਰਾਈ ਟੂ ਫਿਲਟਰ ਐਵਰੀਥਿੰਗ ਪ੍ਰੋਪਰਲੀ, ਦੈਨ ਨਥਿੰਗ ਐਲਸ, ਜਸਟ ਸਾਡੀ ਸੋਚ ਹੈ, ਸਾਡੇ ਖਿਆਲ ਨੇ। ਇੱਥੇ ਬਾਬਾ ਜੀ ਕਹਿੰਦੇ ਜੇ ਸਤਿਗੁਰੂ ਨਹੀਂ ਸੇਵੋਗੇ, ਜੇ ਉਹਨਾਂ ਖਿਆਲਾਂ, ਉਹਨਾਂ ਬਚਨਾਂ, ਉਹਨਾਂ ਸ਼ਬਦਾਂ, ਲਫ਼ਜ਼ਾਂ ਦੇ ਨੇੜੇ ਨਹੀਂ ਆਓਗੇ ਜਿਹੜੇ ਜੀਵਨ ਸੁਧਾਰ ਸਕਦੇ ਨੇ, ਮਾਰੇ ਜਾਓਗੇ। ਬਚਨ ਇਹ ਹੈ, ਬਿਨ ਸਤਿਗੁਰ ਸੇਵੇ ਜਗਤ ਮੁਆ, ਫਿਰ ਕਿਆ ਬਿਰਥਾ ਜਨਮ ਗਵਾਏ। ਬਿਰਥਾ ਜਨਮ ਮੀਨਿੰਗਲੈਸ, ਐਸਾ ਜੀਵਨ ਜਿਹੜਾ ਜੀਆ ਵੀ 10, 20, 30, 40, 50, 60, 70 ਸਾਲ, ਤੇ ਫਿਰ ਪਿੱਛੇ ਮੁੜ ਕੇ ਦੇਖਿਆ ਤੇ ਸੋਚਿਆ that was the only thing I was here to do. Oh my gosh, what a wastage of life. And not only for me, ਜਿਨ੍ਹਾਂ ਨੇ ਮੈਨੂੰ ਪੈਦਾਇਸ਼ ਵਿੱਚ ਲਿਆਂਦਾ, ਜਿਨ੍ਹਾਂ ਨੇ ਪਾਲਿਆ, ਜਿਨ੍ਹਾਂ ਨੇ ਸੰਭਾਲਿਆ, ਸਭ ਕੁਛ ਹੀ ਵੇਸਟ ਹੋ ਗਿਆ। ਇਹ ਸਾਰੇ ਤੋਂ ਗੁਰੂ ਸਾਹਿਬ ਕਹਿੰਦੇ ਤੂੰ ਬਚਾਣਾ ਆ, ਤੂੰ ਹਿਊਮਨ ਆ, ਤੂੰ ਆਮ ਕ੍ਰੀਚਰ ਤੇ ਹੈ ਨਹੀਂਗਾ। ਅਲਟੀਮੇਟਲੀ ਜਦੋਂ ਤੂੰ ਇਸ ਸੰਸਾਰ ਵਿੱਚ ਸਾਰਾ ਜੀ ਕੇ ਉਸ ਐਗਜ਼ਿਟ ਡੋਰ ਦੇ ਵੀ ਨੇੜੇ ਜਾਏ ਤੇ ਪਿੱਛੇ ਮੁੜ ਕੇ ਦੇਖੇ ਤਾਂ ਅਹਿਸਾਸ ਹੋਏ, ਯੈਸ I lived here in a meaningful manner, in a meaningful way. ਆਹ ਰੂਪ ਆ, ਇਹਦੇ ਵਿੱਚੋਂ ਸੈਲਵੇਸ਼ਨ ਬਾਤ ਕਰਦੀ ਬਾਣੀ। ਇੱਥੇ ਕਿਹਾ ਬਿਰਥਾ ਜਨਮ ਗਵਾਏ, ਦੂਜਾ ਭਾਏ ਅਤ ਦੁੱਖ ਲਗਾ। ਦੂਜਾ ਭਾਏ, ਇਹਨੂੰ ਹੋਰ ਸਿੰਪਲ ਕੀਤਾ ਜਾਏ, ਦੂਜਾ ਭਾਏ ਅਤ ਦੁੱਖ ਲਗਾ, ਮਰ ਜੰਮੈ ਆਵੈ ਜਾਏ। ਰੀਇਨਕਾਰਨੇਸ਼ਨ ਕਿੱਥੋਂ ਆਉਂਦੀ ਹੈ, ਇਹਦਾ ਬੇਸਿਕ ਰੂਲ ਮਹਾਰਾਜ ਬਿਆਨ ਕਰਦੇ। ਸਪੋਜ਼ ਕੋਈ ਆਪਾਂ ਨੂੰ ਕੋਈ ਕਿਸੇ ਕਿਸਮ ਦੇ ਨਾਲ ਕੋਈ ਸਾਡੇ ਨਾਲ ਗੱਲ ਕਰਦਾ, ਸਾਨੂੰ ਕੋਈ ਆਪਣੀ ਵਡਿਆਈ ਦੱਸਦਾ, ਆਪਣੀ ਕੋਈ ਖੂਬੀ ਦੱਸਦਾ। ਹੁਣ ਖੂਬੀ ਦੱਸਣ ਦਾ ਉਹਦਾ ਪਰਪਸ ਇਹ ਹੈਗਾ ਕਿ ਸਾਨੂੰ ਖੁਸ਼ੀ ਮਿਲੇਗੀ, ਉਹਨੂੰ ਅਸੀਂ ਵਡਿਆਵਾਂਗੇ, ਉਸ ਨੂੰ ਅਸੀਂ ਸਲਾਹਾਂਗੇ। ਅਤੇ ਇਹ ਵੀ ਹੋ ਸਕਦਾ ਆ ਉਹ ਖੂਬੀ ਦੱਸੇ, ਅਸੀਂ ਉਸ ਚੀਜ਼ ਨੂੰ ਅਪੋਜ਼ ਕਰੀਏ ਉਸ ਪ੍ਰਭਾਵ ਦੇ ਵਿੱਚ ਕਿ ਹੱਦ ਹੋ ਗਈ, ਇਹ ਮੇਰੇ ਸਾਹਮਣੇ ਆਪਣੇ ਆਪ ਨੂੰ ਵਡਾਉਂਦਾ ਆ, ਮੈਂ ਦੱਸਦਾ ਇਸ ਨੂੰ। ਹੁਣ ਕੀ ਹੈ, ਉਹਦੇ ਕਹਿਣ ਦਾ, ਜਿੱਥੇ ਉਹ ਖੜਾ ਆ, ਜਿਸ ਗਰਾਊਂਡ 'ਤੇ ਖੜਾ ਹੋ ਕੇ ਉਹ ਗੱਲ ਕਰ ਰਿਹਾ, ਉਹ ਹੋ ਰਿਹਾ, ਜਿੱਥੇ ਜਾ ਕੇ ਮੈਂ ਸੁਣ ਰਿਹਾ, ਪਰਸੀਵ ਕਰ ਰਿਹਾ, ਉਹ ਹੋਰ ਹੈ। ਇਹ ਜਿਹੜੀ ਬਾਤ ਆ, ਇਸ ਰੂਪ ਵਿੱਚ ਮਿਸਮੈਚ ਹੋ ਰਹੀ ਹੈ। ਦੂਜਾ ਪਾਏ ਸੰਸਾਰ ਵਿੱਚ ਇਸੇ ਤਰੀਕੇ ਨਾਲ ਹੀ ਚੱਲਦਾ। ਜਿਵੇਂ ਸਾਨੂੰ ਮਦਰ ਨੇਚਰ ਕੋਈ ਸੁਨੇਹਾ, ਕੋਈ ਚੀਜ਼ ਪਰਸੀਵ ਕਰਾਉਣਾ ਚਾਹੁੰਦੀ, ਅਸੀਂ ਕਿਹਾ ਨਾ ਨਾ ਨਾ, ਅਤੇ ਇਹ ਮਦਰ ਨੇਚਰ ਨੇ ਆਟੋਨਮੀ ਦਿੱਤੀ ਸਾਨੂੰ। ਹੋਰ ਦੁਨੀਆ 'ਚ ਨਹੀਂ ਹੈ, ਜਾਨਵਰਾਂ ਦੀ ਦੁਨੀਆ 'ਚ ਐਸਾ ਨਹੀਂ ਹੈਗਾ, ਸਾਡੀ ਦੁਨੀਆ 'ਚ ਹੈਗਾ। ਅਸੀਂ ਚਾਹੀਏ ਤੇ ਸਹੀ ਪਰਸੀਵ ਕਰ ਲਈਏ, ਸਹੀ ਪ੍ਰੋਸੈਸ ਕਰ ਲਈਏ, ਅਸੀਂ ਚਾਹੀਏ ਤੇ ਰੋਂਗ ਪਰਸੀਵ ਕਰ ਲਈਏ, ਰੋਂਗ ਪ੍ਰੋਸੈਸ ਕਰ ਲਈਏ। ਫਿਰ ਬੇਸਿਕ 'ਚ ਬਾਤ ਕਰਦਾ ਹਾਂ, ਅਕਸਰ ਗੱਲ ਹੁੰਦੀ ਸਾਡੀ ਜਿਹੜੀ ਲਿਸਨਿੰਗ ਆ, ਇਹਦੀਆਂ ਵੈਸੇ ਤਾਂ ਬਹੁਤ ਲੇਅਰਸ ਨੇ। ਗੁਰਬਾਣੀ ਨੂੰ ਪੜ੍ਹਦੇ ਹਾਂ ਅਤੇ ਇਹਦੇ ਨਾਲ ਜੇ ਮਾਡਰਨ ਰਿਸਰਚਰਸ ਦੀ ਗੱਲ ਸੁਣਦੇ ਹਾਂ, ਵੈਸੇ ਤਾਂ ਬਹੁਤ ਟਿਪੀਕਲ ਲੈਵਲ 'ਤੇ 10 ਬਣ ਜਾਂਦੀਆਂ ਨੇ, ਪਰ ਜੇ ਬਹੁਤ ਇਹਨਾਂ ਨੂੰ ਕੰਪਲੈਕਸ ਲੈਵਲ 'ਤੇ ਨਾ ਲਿਆਂਦਾ ਜਾਏ, ਸਿੰਪਲ ਕਰਕੇ ਦੇਖਿਆ ਜਾਏ, ਐਂਡ ਦੇਰ ਆਰ ਮੇਨ 5 level of listenings we can have, or 5 level of ability to perceive any message. ਪਹਿਲੀ ਹੁੰਦੀ ਹੈ ਜਿਹੜੀ ਬੱਚਿਆਂ 'ਚ ਬਹੁਤ ਜ਼ੋਰਾਵਰ ਹੁੰਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਇਮੈਜੀਨੇਸ਼ਨ।
ਬੱਚਾ ਜਦੋਂ ਕੋਈ ਮੈਸੇਜ ਪਰਸੀਵ ਕਰਦਾ, ਕੋਈ ਅਸੀਂ ਗੱਲ ਕਰਦੇ, ਉਹ ਮੈਸੇਜ ਨੂੰ ਇੱਕਦਮ ਥੋੜ੍ਹਾ ਗ੍ਰੈਬ ਕਰਦਾ ਅਤੇ ਉਹਦੇ ਇੱਕਦਮ ਅੰਦਰ ਸੁਰਤ ਦੇ ਵਿੱਚ ਇਮੈਜੀਨੇਸ਼ਨ ਆ ਜਾਂਦੀ ਉਸ ਚੀਜ਼ ਦੀ ਬਾਬਤ। ਇਸੇ ਕਰਕੇ ਜਦੋਂ ਬੱਚੇ ਨਾਲ ਗੱਲ ਕਰੋ, ਜੇ ਥੋੜ੍ਹੀ ਲੰਮੀ ਗੱਲ ਕਰੋਗੇ ਬੱਚਾ ਨਹੀਂ ਸੁਣੇਗਾ, ਕਿਉਂਕਿ ਜਦੋਂ ਨੇ ਸ਼ੁਰੂ ਦੀਆਂ 2-4 ਤੁਹਾਡੀਆਂ ਸੈਂਟੈਂਸ ਸੁਣੇ, ਗੱਲਾਂ ਸੁਣੀਆਂ, ਉਹ ਇਮੈਜਨ ਕਰਨ ਲੱਗ ਗਿਆ, ਉਹ ਇਮੈਜੀਨੇਸ਼ਨ 'ਚ ਗਵਾਚ ਗਿਆ, ਉਹਦੇ 'ਚ ਉਸ ਰੂਪ ਵਿੱਚ ਚਲਾ ਗਿਆ। ਇਹ ਪਹਿਲਾ ਹੈ ਕਿਸੇ ਚੀਜ਼ ਦੇ ਮੈਸੇਜ ਨੂੰ ਪਰਸੀਵ ਕਰਨ ਦਾ ਸਾਡੀ ਅਪਰੋਚ ਟੂਵਰਡ ਦੈਟ ਮੈਸੇਜ। ਦੂਸਰੀ ਜਿਹੜੀ ਹੈ ਉਹ ਇਹ ਹੁੰਦੀ ਹੈ ਕਿ ਸਾਡੇ ਅੰਦਰ ਜਿਹੜੀਆਂ ਐਗਜ਼ਿਸਟ ਕਰਦੀਆਂ ਮੈਮਰੀਜ਼ ਨੇ, ਉਹ ਇੱਕਦਮ ਉਸ ਇਨਫੋਰਮੇਸ਼ਨ ਦੇ ਨਾਲ ਆ ਕੇ ਕੋਰਲੇਟ ਕਰ ਦਿੰਦੀਆਂ। ਅਸੀਂ ਇਨਫੋਰਮੇਸ਼ਨ ਦਾ ਪੂਰਾ ਹਿੱਸਾ ਇਸ ਤੋਂ ਪਹਿਲਾਂ ਪ੍ਰਾਪਤ ਕਰੀਏ, ਸਾਡੀਆਂ ਮੈਮਰੀਜ਼ ਸਾਡੀ ਸੁਰਤ 'ਚ ਨੱਚਣ ਲੱਗ ਜਾਂਦੀਆਂ। ਉਹ ਕਿਸੇ ਤਰੀਕੇ ਦੀਆਂ ਵੀ ਹੋਣ, ਜਿਵੇਂ ਆਪਾਂ ਗੱਲ ਹੀ ਕਰ ਰਹੇ ਹਾਂ, ਮੈਂ ਗੱਲ ਕਰ ਰਿਹਾ ਵਾਂ, ਆਪ ਸੁਣ ਰਹੇ ਹੋ, ਅਤੇ ਗੱਲ ਕਰਨ ਦੇ ਦੌਰਾਨ ਹੀ ਗੱਲ ਆਈ ਕਿਸੇ ਲੈਵਲ ਦੀ, ਇੱਕਦਮ ਕੋਈ ਇਹੋ ਜਿਹੀ ਬੁੱਕ ਪੜ੍ਹੀ ਸੀਗੀ, ਯਾਦ ਆ ਗਈ, ਹਾਂ ਇਹ ਉੱਥੋਂ ਕੋਡ ਕਰ ਰਿਹਾ ਹੋਣਾ ਗੱਲ, ਅਗਲੀ ਗੱਲ ਨਹੀਂ ਆ ਰਹੀ, ਹੁਣ ਅੰਦਰ ਚੀਜ਼ ਹੋਰ ਤਰੀਕੇ ਨਾਲ ਚੱਲ ਗਈ, ਆ ਰੂਪ ਆ। ਇਸ ਕਰਕੇ ਬੰਦਾ ਉਸ ਚੀਜ਼ ਨੂੰ ਬਿਲਕੁਲ ਇਕੁਅਲ ਲੈਵਲ 'ਤੇ ਪਰਸੀਵ ਨਹੀਂ ਕਰ ਪਾਉਂਦਾ। ਫਿਰ ਇਸ ਤੋਂ ਬਾਅਦ ਜਿਹੜੀਆਂ 2 ਹੋਰ ਨੇ, ਉਹ ਹੈਗੀਆਂ ਨੇ ਸਾਡੇ ਅੰਦਰ ਦੇ ਬਾਇਸ, ਜਿਹੜੇ ਆਲਰੇਡੀ ਬਣੇ ਹੁੰਦੇ ਨੇ ਕਿਸੇ ਚੀਜ਼ ਨੂੰ ਅਪੋਜ਼ ਕਰਨ ਲਈ, ਕਿਸੇ ਚੀਜ਼ ਨੂੰ ਐਕਸੈਪਟ ਕਰਨ ਲਈ। ਹੋ ਸਕਦਾ ਹੈ ਕੋਈ ਗੱਲ ਹੋ ਰਹੀ ਹੈ ਅਤੇ ਉਹ ਮੈਂ ਪਹਿਲੇ ਉਸ ਨੂੰ ਬਹੁਤ ਲਾਈਕ ਕਰਦਾ ਹਾਂ ਅਤੇ ਬਿਲਕੁਲ ਬਸ ਸੁਣਨ ਦੀ ਲੋੜ ਹੀ ਨਹੀਂ, ਮੈਂ ਐਗਰੀ ਕਰ ਰਿਹਾ ਨਾਲ ਦੀ ਨਾਲ, ਆਈ ਐਮ ਨੋਟ ਗੈਟਿੰਗ ਦਾ ਮੈਸੇਜ ਵਟ ਦੈਟ ਇੰਡੀਵਿਜੂਅਲ ਇਜ਼ ਗਿਵਿੰਗ ਮੀ, ਨੋ, ਮੈਂ ਤਾਂ ਸਿਰਫ ਤਿਆਰ ਕਰ ਰਿਹਾ ਕਿ ਯੈਸ ਪ੍ਰਪੇਅਰ ਹੋ ਰਿਹਾ ਉਸ ਲੈਵਲ 'ਤੇ, ਜਾਂ ਨੋ ਆਈ ਡੋਂਟ ਐਕਸੈਪਟ ਇਟ, ਕਿਉਂਕਿ ਇਹਨੇ ਪਹਿਲੇ ਨਾ ਇਹਦਾ ਲੈ ਦਿੱਤਾ। ਜਿਵੇਂ ਰੀਸੈਂਟਲੀ ਆਪਾਂ ਨੇ ਸਟੇਟਸ ਵਿੱਚ ਜਾਂ ਦੁਨੀਆ ਭਰ ਦੇ 'ਚ ਦੇਖਿਆ ਹੋਏ, ਇੱਕ ਤਬਕਾ ਟਰੰਪ ਦਾ ਫੋਲੋਵਰ ਹੈ, ਇੱਕ ਬੰਦਾ ਟਰੰਪ ਦਾ ਜਿਹੜਾ ਹੈਗਾ ਅਪੋਜ਼ ਕਰਨ ਵਾਲਾ, ਉਹਨੇ ਕਿਸੇ ਨੇ ਬਸ ਪਹਿਲੀ ਗੱਲ ਕੀਤੀ ਟਰੰਪ ਨੂੰ ਅਪੋਜ਼ ਕਰਨ ਦੀ, ਉਸ ਤੋਂ ਬਾਅਦ ਵਾਲੀ ਗੱਲ ਸਮਝ ਹੀ ਨਹੀਂ ਆਉਣੀ। ਜਿਹੜਾ ਟਰੰਪ ਦਾ ਫੋਲੋਵਰ ਹੈ ਉਹਨੇ ਕਹਿਣਾ ਹੱਦ ਹੋ ਗਈ, ਨੋ, ਰੋਂਗ, ਇਹਨੂੰ ਐਕਸੈਪਟ ਹੀ ਨਹੀਂ ਕਰਨਾ ਇਸ ਲੈਵਲ 'ਤੇ। ਇਹ 2 ਸਾਡੇ ਅੰਦਰ ਸਿੱਧੇ ਤੌਰ 'ਤੇ ਬੜੀਆਂ ਜ਼ੋਰਾਵਰ ਬਿਰਤੀਆਂ ਨੇ। ਫਿਰ ਇਸ ਤੋਂ ਬਾਅਦ 5ਵੀਂ ਜਿਹੜੀ ਬਣਦੀ ਹੈ, ਉਹ ਬਣਦੀ ਇਕੁਅਲ, ਉਸ ਲੈਵਲ 'ਤੇ ਜਾਣਾ। ਇਹ ਮਦਰ ਨੇਚਰ ਦਾ ਬਲੈਸ ਹੀ ਹੁੰਦਾ ਅਸਲ ਦੇ ਵਿੱਚ, ਜੇ ਉਹ ਆ ਜਾਏ। ਇੱਥੇ ਸਾਹਿਬ ਨੇ ਬਿਆਨ ਕੀਤਾ ਇੱਥੇ ਕਿ ਦੂਜਾ ਭਾਏ ਅਤ ਦੁੱਖ ਲਗਾ, ਜਦੋਂ ਸਹੀ ਦੀ ਬਜਾਏ ਦੂਸਰਾ ਐਨੀ ਟਾਈਪ ਆਫ ਐਕਚੁਅਲੀ ਸੈਕੰਡਰੀ ਲੈਵਲ ਜਿਹੜਾ ਹੈਗਾ, ਉਹ ਅਪਰੋਚ ਵਿੱਚ ਆ ਗਿਆ ਸਾਡੀ ਵਿੱਚ, ਜਿਉਣ ਦੀ, ਸਮਝਣ ਦੀ, ਕਰਨ ਦੀ, ਸਭ ਰੂਪਾਂ ਦੇ ਵਿੱਚ। ਅਤ ਦੁੱਖ ਲਗਾ, ਬਹੁਤ ਦੁੱਖ ਲੱਗੇਗਾ। ਇਹ ਬੰਦਾ ਇਸ ਤਰ੍ਹਾਂ ਕਰੇਗਾ ਕਿ ਕੋਈ ਕੰਮ ਕਰ ਵੀ ਲਿਆ, ਰਿਜ਼ਲਟ ਵੀ ਨਹੀਂ ਆਇਆ, ਹੁਣ 2 ਦੁੱਖ ਲੱਗ ਗਏ ਇਕੱਠੇ। ਇੱਕ ਤੇ ਇਹ ਕਿ ਉਹ ਐਨਰਜੀ ਵੇਸਟ ਕੀਤੀ, ਦੂਸਰਾ ਇਹ ਰਿਜ਼ਲਟ ਨਹੀਂ ਮਿਲਿਆ। ਸੋ ਇਹ ਅਤ ਦੁੱਖ ਲੱਗਾ, ਇਹ ਬਹੁਤ ਜ਼ਿਆਦਾ ਦੁੱਖ ਵਿੱਚ ਜਾਣਾ। ਇਹਨੂੰ ਸਾਹਿਬ ਨੇ ਕਿਹਾ ਦੂਜਾ ਪਾਏ ਅਤ ਦੁੱਖ ਲਗਾ, ਮਰ ਜੰਮੈ ਆਵੈ ਜਾਏ, ਫਿਰ ਜੰਮੇਗਾ ਮਰੇਗਾ, ਵਾਰ ਵਾਸ਼ਨਾ ਚੱਲਦੀ ਰਹੇਗੀ ਅੰਦਰ। ਅਗਲਾ ਬਚਨ ਹੈ ਵਿਸ਼ਟਾ ਅੰਦਰ ਵਾਸ ਹੈ, ਫਿਰ ਜੂਨੀ ਪਾਏ। ਵਿਸ਼ਟਾ ਅੰਦਰ ਵਾਸ ਹੈ, ਵਿਸ਼ਟਾ ਗੰਦਗੀ ਨੂੰ, ਜਿਵੇਂ ਸਟੂਲ ਦੀ ਆਪਾਂ ਗੱਲ ਕਰ ਰਹੇ ਸੀਗੇ। ਇਹ ਸਿਰਫ ਜਿਹੜਾ ਹੈਗਾ ਇੱਕ ਤੁਸੀਂ ਜੋ ਅਨਾਜ ਖਾਂਦੇ ਹਾਂ ਅਸੀਂ, ਅਤੇ ਉਹ ਅਸੀਂ ਇੱਕ ਵੇਸਟੇਜ ਦੇ ਰੂਪ ਵਿੱਚ ਕੱਢਦੇ ਹਾਂ, ਇਹ ਨਹੀਂ ਹੈਗਾ। ਸਭ ਤੋਂ ਵੱਡੀ ਵੇਸਟੇਜ ਅਸੀਂ ਕੈਰੀ ਕਰਦੇ ਹਾਂ ਆਪਣੀ ਸੋਚ ਵਿੱਚ। ਜਿੱਥੇ ਬਹੁਤ ਗੰਦਗੀ ਬੰਦਾ ਕੈਰੀ ਕਰ ਲਵੇ, ਇੱਥੇ ਵਕਾਰ ਹੁੰਦੇ ਨੇ। we can talk about anything from lust to jealous, from anger to unlimited attachment, anything। ਪਰ ਇਹ ਸਾਰਾ ਕੁਝ ਕਿਸੇ ਹੋਰ ਤਰੀਕੇ ਨਾਲ ਅਸੀਂ ਕੈਰੀ ਨਹੀਂ ਕਰਦੇ, ਅਸੀਂ ਸਿਰਫ ਤੇ ਸਿਰਫ ਵਿਚਾਰਾਂ 'ਚ ਹੀ ਕੈਰੀ ਕਰਦੇ ਹਾਂ। ਸਭ ਕਹਿੰਦੇ ਵਿਸ਼ਟਾ ਅੰਦਰ ਵਾਸ ਹੈ, ਉਹਨਾਂ ਵਿਚਾਰਾਂ 'ਚ, ਜਿਹਨੂੰ ਔਰਾ ਕਿਹਾ ਜਾਂਦਾ, ਬਹੁਤ ਸਾਰੇ ਲੋਕ ਐਨਰਜੀ ਕਹਿ ਦਿੰਦੇ। ਇਹ ਕੁਛ ਹੋਰ ਨਹੀਂ ਗਾ, ਸਾਡਾ ਮਨੋਵੇਗ ਹੈ। ਜਿਹੋ ਜਿਹਾ ਮਨੋਵੇਗ ਆ, ਜਿਹਨੂੰ ਅਸੀਂ ਫਲੋ ਆਫ ਸਾਈਕੀ ਕਹਿੰਦੇ ਆ, ਜਿਸ ਕਿਸਮ ਦਾ ਆ, ਉਸੇ ਵਹਿਣ ਵਿੱਚ ਹੀ ਫਿਰ ਸਾਡੀ ਜ਼ਿੰਦਗੀ ਦੀ ਐਨਰਜੀ ਵਹਿੰਦੀ ਹੈ। ਸਭ ਕਹਿੰਦੇ ਵਿਸ਼ਟਾ ਅੰਦਰ ਵਾਸ ਹੈ, ਫਿਰ ਜੂਨੀ ਪਾਏ। ਨਾਨਕ ਬਿਨ ਨਾਮ ਹੈ ਜਮ ਮਾਰਸੀ। ਬਿਨਾਂ ਨਾਮ ਤੋਂ, ਇੱਥੇ ਨਾਮ ਮਤਲਬ ਹੈ ਇਨਲਾਈਟਮੈਂਟ, ਰੋਸ਼ਨੀ, ਜੀਵਨ ਜੀਣ ਦੀ। ਜਮ ਮਾਰਸੀ, ਜਮ ਕੁੱਟਦਾ ਆ, ਜਮ ਮਾਰਦਾ ਆ। ਅਤੇ ਜਮਾਂ ਦੀ ਮਾਰ, ਜਮ ਕਿਸੇ ਨੇ ਨਹੀਂ ਦੇਖੇ ਕਦੇ ਵੈਸੇ, ਪਰ ਜਮਾਂ ਦੀ ਮਾਰ ਇਹ ਜਦੋਂ ਬੰਦਾ ਵਕਾਰਾਂ ਦੀ ਮਾਰ ਭੋਗਦਾ ਸੰਸਾਰ ਦੇ ਵਿੱਚ, ਜਦੋਂ ਆਪ ਕੁਝ ਕੰਮ ਕਰਦਾ ਫਿਰ ਪਛਤਾਉਂਦਾ, ਨੀਂਦ ਨਾ ਆਉਂਦੀ, ਚੈਨ ਨਾ ਆਉਂਦਾ,
ਕੁਰਲਾਉਂਦਾ। ਇਹ ਕੀ ਹੈ? ਜਮਾਂ ਦੀ ਮਾਰ ਆ। ਇੱਕ ਇਨਵਿਜ਼ੀਬਲ ਫੋਰਸ ਆ ਜਿਹੜੀ ਸੌਣ ਨਹੀਂ ਦੇ ਰਹੀ, ਚੈਨ ਨਹੀਂ ਦੇ ਰਹੀ, ਆਰਾਮ ਨਹੀਂ ਦੇ ਰਹੀ, ਕੁੱਟ ਰਹੀ, ਮਾਰ ਰਹੀ, ਸਭ ਰੂਪ ਦੇ ਵਿੱਚ। ਅੱਜ ਆਪਾਂ ਦੇਖੀਏ, ਸ਼ਾਇਦ ਪਿੱਛੇ ਬਾਤ ਹੋਈ ਹੋਏ ਕਦੇ, ਇਹਦੇ ਵੀ ਡਾਟਾ ਆਇਆ ਰੀਸੈਂਟਲੀ। ਅੱਜ ਕੱਲ੍ਹ ਜਿਹੜੇ ਸਾਡੇ ਫਿਜ਼ੀਓਥੈਰੇਪਿਸਟ ਨੇ, ਕਾਰੋਪ੍ਰੈਕਟਰਸ ਨੇ, ਬੜੇ ਬਿਜ਼ੀ ਨੇ, ਅਤੇ ਮੋਸਟਲੀ ਉਹਨਾਂ ਦੇ ਬਿਜ਼ੀ ਹੋਣ ਦੇ ਪਿੱਛੇ ਜੋ ਡਾਟਾ ਆਇਆ ਅਤੇ ਉਹ ਆਇਆ ਕਿ ਲੋਕਾਂ ਨੇ ਸਰਵਾਈਕਲ ਦੀ ਬੜੀ ਕੰਪਲੇਨ ਕਰਦੇ ਨੇ ਲੋਕ, ਖਾਸ ਕਰਕੇ ਜਿਹੜੇ ਮੋਢਿਆਂ ਦੀ, ਜਿਹੜੇ ਸ਼ੋਲਡਰ ਪਲੇਟਸ ਨੇ ਅਤੇ ਸਾਡੀ ਗਰਦਨ ਆ, ਅਤੇ ਇਹ ਸਾਰਾ ਹਿੱਸਾ ਜਿਹੜਾ ਇਹ ਬਹੁਤ ਜਿਹੜਾ ਹੈਗਾ ਲੋਕਾਂ ਦਾ ਪੇਨ ਕਰਦਾ ਹੈ ਸਭ ਉਸ ਰੂਪ ਦੇ ਵਿੱਚ। ਅਤੇ ਜੇ ਵੇਖਿਆ ਜਾਏ ਤਾਂ ਸੱਚ ਹੈ ਕਿ ਫਿਜ਼ੀਕਲ ਵਰਕ ਤਾਂ ਦੁਨੀਆ 'ਚ ਰਿਹਾ ਹੀ ਨਹੀਂ ਗਾ ਬਿਲਕੁਲ। ਸੋ ਇਹ ਤਾਂ ਹੋ ਨਹੀਂ ਸਕਦਾ ਵੀ ਮੋਢੇ ਲੋਕਾਂ ਦੇ ਕੋਈ ਭਾਰ ਚੁੱਕ ਕੇ ਪੀੜ ਕਰ ਰਹੇ ਹੋਣ। ਫਿਜ਼ੀਕਲੀ ਤਾਂ ਕੋਈ ਵੇਟ ਨਹੀਂ ਜਿਹੜਾ ਲਿਫਟ ਕਰਦੇ ਇੱਥੇ ਕਿਹੜਾ ਠੇਲੇ ਚਲਾਉਂਦੇ ਹਾਂ ਅਸੀਂ। ਇਹ ਸਾਰਾ ਕੀ ਹੈ? ਸਟਰੈਸ ਹੈ। ਅਤੇ ਸਟਰੈਸ ਕਿਹੋ ਜਿਹਾ? ਇੱਕ ਵਰਡ ਅਸੀਂ ਕਿਆ ਯੂਜ਼ ਕਰ ਦਿੰਦੇ ਹਾਂ, ਐਕਚੁਅਲੀ ਹੋ ਕੀ ਰਿਹਾ ਹੈ ਕਿ ਸਾਨੂੰ ਕੁੱਟ ਪੈ ਰਹੀ ਹੈ, ਮਾਰ ਪੈ ਰਹੀ ਹੈ। ਇਹ ਮਾਰ ਹੈ, ਇਹ ਮਾਰ ਹੈ ਜਮਾਂ ਦੀ। ਜਮਾਂ ਦੀ ਮਾਰ ਕੀ ਹੈ? ਫਿਲੋਸਫੀਕਲੀ ਦੀ ਗੱਲ ਬੰਦਾ ਐਵੇਂ ਕਰ ਸਕਦਾ। ਸਹੀ ਰੂਪ ਵਿੱਚ ਕਿਹਾ ਜਾਏ, ਕੈਸੀਆਂ ਫੋਰਸਿਸ ਜਿਹੜੀਆਂ ਸਾਨੂੰ ਨਾ ਆਰਾਮ ਦਿੰਦੀਆਂ, ਨਾ ਚੈਨ ਦਿੰਦੀਆਂ, ਨਾ ਸਾਨੂੰ ਸਹੀ ਤਰੀਕੇ ਦੇ ਨਾਲ ਸਾਡੇ ਇਸ ਸਾਰੇ ਸਿਸਟਮ ਨੂੰ ਰਨ ਕਰਨ ਦਿੰਦੀਆਂ। ਅਤੇ ਇਹ ਸਾਡੀਆਂ ਕਮਜ਼ੋਰੀਆਂ ਹੀ ਨੇ। ਗੁਰੂ ਬਾਬਾ ਜੀ ਕਹਿੰਦੇ, ਨਾਨਕ ਬਿਨ ਨਾਮੈ ਜਮ ਮਾਰ ਸੀ, ਅੰਤ ਗਿਆ ਪਛੁਤਾਏ। ਤੇ ਅਖੀਰ ਬੰਦੇ ਦੀ ਝੋਲੀ ਦੇ 'ਚ ਗਿਲਟ, ਰਿਗਰੈਟਸ, ਨਥਿੰਗ ਐਲਸ। ਮਹਲਾ ਤੀਜਾ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇੱਕ ਲਫ਼ਜ਼ ਹੈ ਬੇਗਮ, ਅਸੀਂ ਸਾਰੇ ਜਾਣਦੇ ਹਾਂ। ਭਗਤ ਰਵਿਦਾਸ ਜੀ ਦਾ ਆਪਣੇ ਸ਼ਬਦ ਜ਼ਰੂਰ ਸੁਣਿਆ ਹੋਣਾ ਹੈ, ਬਿਲਕੁਲ ਪਿਓਰ ਵੈਲਵਟ ਪਰਸ਼ੀਅਨ ਦੇ 'ਚ ਉਹਨਾਂ ਨੇ ਉਚਰਿਤ ਕੀਤਾ ਹੈ। ਸਾਡੇ ਕਿਤੇ ਆਂਢ ਗੁਆਂਢ ਇਰਾਨੀਅਨ ਕੋਈ ਰਹਿੰਦਾ ਹੋਏ ਅਤੇ ਉਹਨੂੰ ਇਹ ਸ਼ਬਦ ਪੜ੍ਹ ਕੇ ਸੁਣਾਇਓ ਜੇ। ਬੇਗਮ ਪੂਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇ ਥਾਉ, ਨਾ ਤਜਵੀਜ਼ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜੁਆਲ, ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਪਾਈ, ਕਾਇਮ ਦਾਇਮ ਸਦਾ ਪਾਤਸ਼ਾਹੀ। ਅਤੇ ਉਹਨੇ ਰਾਈਟ ਵੇ ਕਹਿਣਾ ਵੀ ਡੂ ਯੂ ਨੋ ਵੈਲਵਟ ਪਰਸ਼ੀਅਨ? ਤੈਨੂੰ ਮਖਮਲੀ ਫਾਰਸੀ ਆਉਂਦੀ ਹੈ? ਇਹ ਸਾਰੀ ਮਖਮਲੀ ਫਾਰਸੀ ਹੈ। ਜਿਹੜਾ ਲਫ਼ਜ਼ ਸ਼ੁਰੂ ਹੋਇਆ ਬੇਗਮਪੁਰਾ, ਬੇਗਮ ਜਿਹਨੂੰ ਕੋਈ ਗਮ ਨਾ ਹੋਏ ਉਹਨੂੰ ਬੇਗਮ ਕਹਿੰਦੇ ਆ। ਜੇ ਪਰਸ਼ੀਅਨ ਲਿਟਰੇਚਰ ਦੇਖੀਏ ਅਤੇ ਜਿਹੜੀਆਂ ਨੇ ਇਸਲਾਮਿਕ ਰਵਾਇਤਾਂ ਦੇਖੀਏ ਅਤੇ ਉਹਨਾਂ ਦੇ ਵਿੱਚ ਬੇਗਮ ਵਾਈਫ ਨੂੰ ਕਿਹਾ ਜਾਂਦਾ, ਰਾਜੇ ਦੀ ਵਾਈਫ ਨੂੰ, ਬਾਦਸ਼ਾਹ ਦੀ ਵਾਈਫ ਨੂੰ। ਅਤੇ ਬਾਦਸ਼ਾਹ ਦੀ ਵਾਈਫ ਬਿਲਕੁਲ ਠੀਕ ਹੈ। ਬਾਦਸ਼ਾਹ ਤੇ ਬਾਣੀ ਕਹਿੰਦੀ ਹੈ ਸਗਲ ਸ੍ਰਿਸ਼ਟ ਤੇ ਰਾਜਾ ਦੁਖੀਆ। ਜਿਹੜਾ ਬਾਦਸ਼ਾਹ ਬਣ ਕੇ ਬੈਠਾ ਤਾਂ ਬੜਾ ਦੁਖੀ ਹੈ। ਉਹਨੂੰ ਤਾਂ ਸਵੇਰ ਤੋਂ ਸ਼ਾਮ ਤੱਕ ਫਿਕਰ ਇਹ ਸਤਾਉਂਦਾ ਵੀ ਪਤਾ ਨਹੀਂ ਕਿੰਨੇ ਗੱਦੀ ਤੋਂ ਲਾ ਦੇਣਾ, ਪਤਾ ਨਹੀਂ ਕੀ ਹੋ ਜਾਣਾ। ਇਸ ਰੂਪ ਦੇ 'ਚ ਉਹਨੂੰ ਉਹਦੇ 'ਚ ਨੀਂਦ ਨਹੀਂ ਆਉਂਦੀ। ਜਿਹੜੀ ਹਸਤੀ ਸਾਰੀ ਬਾਦਸ਼ਾਹਤ ਭੋਗਦੀ ਹੈ ਉਹ ਪਤਾ ਕੌਣ ਹੈ? ਬੇਗਮ। ਕਿਉਂਕਿ ਉਹ ਜਿਹੜਾ ਉਹਦਾ ਖਾਵੰਦ ਆ ਉਹ ਸਭ ਸ਼ੋਰ ਹਨ ਉਹ ਕਰਦਾ ਆ, ਫਿਕਰ ਸਾਰੇ ਉਹਨੂੰ ਨੇ, ਉਸ ਨੂੰ ਕੋਈ ਫਿਕਰ ਨਹੀਂ ਹੈਗਾ। ਜੇ ਸ਼ਬਦ ਨੂੰ ਦੇਖਿਆ ਜਾਏ ਨਾ, ਫਿਰ ਦੇਖੋ ਧਿਆਨ ਦੇਣਾ, ਬਾਬਾ ਜੀ ਕਮਾਲ ਦਾ ਬਚਨ ਲਿਖਿਆ। ਸਾਹਿਬ ਕਹਿੰਦੇ, ਇਸ ਯੁਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਜਿਸਨੇ ਫਿਕਰ ਕਰਨੇ ਨੇ, ਜਿਸਨੇ ਸਾਰਾ ਸ਼ੋਰ ਅੰਨ ਕਰਨਾ, ਉਹ ਪੁਰਖ ਇੱਕ ਹੀ ਹੈ, ਅਕਾਲ ਪੁਰਖ। ਅਸੀਂ ਤੇ ਸਾਰੇ ਹੋਰ ਸਗਲੀ ਨਾਰ ਸਬਾਈ, ਅਸੀਂ ਉਹਦੀਆਂ ਬੇਗਮਾਂ ਵਾਂ ਅਸਲ ਦੇ ਵਿੱਚ। ਅਸੀਂ ਐਵੇਂ ਗਮਗੀਨ ਹੋਏ ਫਿਰਦੇ ਹਾਂ। ਅਸੀਂ ਤੇ ਸਾਰੇ ਉਸ ਪੁਰਖ ਦੇ ਇਸ ਸਾਰੇ ਸ਼ੋਅ ਨੂੰ ਮਾਣਨ ਵਾਸਤੇ ਆਏ ਹਾਂ। ਕਰਨ ਕਰਾਉਣ ਵਾਲਾ ਉਹ ਆਪ ਹੀ ਹੈ। ਕਿਆ ਇਸ ਯੁਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਭ ਕਟ ਭੋਗਵੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਬਾਕੀ ਫਿਰ ਇੱਕ ਸਵਾਲ ਇਹ, ਰੱਬ ਹੈ ਕਿੱਥੇ ਹੈ, ਕਿਵੇਂ ਐਗਜ਼ਿਸਟ ਕਰਦਾ? ਬਾਬਾ ਜੀ ਕਹਿੰਦੇ ਸਭ ਕਟ ਭੋਗਵੈ, ਸਭ ਹਿਰਦਿਆਂ ਦੇ ਵਿੱਚ ਬੈਠਾ ਉਹੀ ਭੋਗ ਰਿਹਾ, ਉਹੀ ਅਸਲ ਵਿੱਚ ਭੋਗੀ ਉਹੀ ਹੈ। ਅਸੀਂ ਤੇ ਇੱਕ ਮਿੱਟੀ ਜਿਹੜੀ ਹੈ ਨੱਚਦੀ ਟੱਪਦੀ ਵੇਖ ਰਹੇ ਹਾਂ, ਇਹ ਪ੍ਰਾਣ ਉਹਦੇ ਤੋਂ ਹੀ ਬਿਲੋਂਗ ਕਰਦਾ ਆ। ਸਭ ਕਟ ਭੋਗਵੈ ਅਲਿਪਤ ਰਹਿ, ਫਿਰ ਅਲਿਪਤ ਵੀ ਹੈ, ਕਿਸੇ ਚੀਜ਼ 'ਚ ਵਿਲਿਪਤ ਵੀ ਨਹੀਂ ਹੁੰਦਾ, ਉਹਦੀ ਇਨਵੋਲਵਮੈਂਟ ਵੀ ਨਹੀਂ ਹੈ। ਜਿਹੜੀ ਇਨਵੋਲਵਮੈਂਟ ਦੀ ਗੱਲ ਆਉਂਦੀ ਹੈ, ਇੱਕ ਜਿਹੜੀ ਹੈ ਅਗਿਆਨਤਾ ਦੀ ਅਵਸਥਾ ਆ, ਅਮੂੜਤਾ ਆ, ਇੱਕ ਸਾਡੀ ਸਟੇਟ ਆਫ ਮਾਈਂਡ ਜਿਹੜੀ ਇਲਿਟਰੇਸ਼ਨ ਦੇ ਅੰਦਰ ਆ, ਜਿਹਦੇ 'ਚ ਜਾ ਕੇ ਮੈਨੂੰ ਇਹ ਲੱਗਦਾ ਮੈਂ ਕੁਝ ਬਣਾ ਲੈਣਾ, ਸਵਾਰ ਲੈਣਾ, ਪਕੜ ਲੈਣਾ, ਗ੍ਰੈਬ ਕਰ ਲੈਣਾ, ਮਾਲਕ ਬਣ ਜਾਣਾ। ਅਖੀਰ ਮੇਰੇ ਵਰਗੇ ਕਿੰਨੇ ਆਏ ਤੇ ਕਿੰਨੇ ਤੁਰ ਗਏ, ਕੁਛ ਵੀ ਨਹੀਂ। ਜਿਹੜਾ ਸ਼ੋਅ ਜਿਵੇਂ ਰਨ ਹੋਣਾ ਉਵੇਂ ਹੋਣਾ। ਬੰਦਾ
ਧੱਕੇ ਨਾਲ ਹੀ ਪਕੜ ਕਰਕੇ ਬੈਠਾ। ਅਲਿਪਤ ਬਾਬਾ ਜੀ ਕਹਿੰਦੇ ਸਭ ਕਟ ਭੋਗਵੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਬਾਕੀ ਉਹ ਦਿਸਦਾ ਵੀ ਨਹੀਂ। ਜ਼ਾਹਰ ਅੱਖ ਦੇ ਨਾਲ ਰੱਬ ਕਿੱਥੇ ਹੈ, ਕਿਵੇਂ ਦਾ ਹੈ, ਮਹਾਰਾਜ ਕਹਿੰਦੇ ਕੋਈ ਵੇਖ ਵਿਖਾ ਨਹੀਂ ਸਕਦਾ ਉਸ ਨੂੰ। ਫਿਰ ਕਿਆ ਪੂਰਾ ਗੁਰ ਵੇਖਾਲਿਆ ਸ਼ਬਦੇ ਸੋਝੀ ਪਾਈ। ਤੇ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ? ਤੇ ਮਹਾਰਾਜ ਕਹਿੰਦੇ ਪੂਰਾ ਗੁਰੂ ਫਿਰ ਚਸ਼ਮਾ ਦਿੰਦਾ ਆ, ਜਿਹਨੂੰ ਅਸੀਂ ਕਈ ਸ਼ਬਦਾਂ 'ਚ ਪੜ੍ਹਦੇ ਹਾਂ। ਕਿਤੇ ਭਗਤ ਕਬੀਰ ਜੀ ਕਹਿੰਦੇ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਫਾਰਸੀ ਦਾ ਲਫ਼ਜ਼ ਹੈ ਚਸ਼ਮਾ, ਕਿਸੇ ਚੀਜ਼ ਨੂੰ ਵਿਖਾਉਣ ਦੇ 'ਚ ਮਦਦ ਕਰਨ ਵਾਲਾ। ਜੇ ਆਪਾਂ ਰੂਟਸ ਵਿੱਚ ਚਲੇ ਜਾਈਏ ਤੇ ਸ਼ੀਸ਼ਾ ਤੇ ਕੱਲ੍ਹ ਦੀ ਗੱਲ ਆ ਜਦੋਂ ਆਇਆ ਆ। ਜੇ ਪੁਰਾਣੇ ਸਮੇਂ ਲੋਕਾਂ ਨੇ ਕੁਝ ਆਪਣੇ ਆਪ ਨੂੰ ਦੇਖਣਾ ਹੁੰਦਾ ਸੀਗਾ ਤੇ ਉਹ ਪਾਣੀ, ਸਾਫ਼ ਪਾਣੀ ਜਿਹੜਾ ਹੁੰਦਾ ਸੀ ਉਹਦੇ ਵਿੱਚੋਂ ਦੇਖਿਆ ਜਾਂਦਾ ਸੀਗਾ। ਜਿਹੜਾ ਨਾ ਦਿਸਦੀ ਚੀਜ਼ ਨੂੰ ਦੇਖਣ ਵਿੱਚ ਮਦਦ ਕਰੇ ਉਹ ਚਸ਼ਮਾ ਆ। ਉਹ ਹੈ ਜਿਹੜਾ ਤੁਹਾਨੂੰ ਕਿਸੇ ਚੀਜ਼ ਦੇ ਚਸ਼ਮ ਕਰ ਦਿੰਦਾ, ਕਿਸੇ ਚੀਜ਼ ਦੇ ਸਾਹਮਣੇ ਕਰ ਦਿੰਦਾ, ਕਿਸੇ ਚੀਜ਼ ਨੂੰ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰ ਦਿੰਦਾ। ਸੋ ਕਿਆ ਕਰ ਫਕਰ ਦਾਇਮ ਲਾਏ ਚਸ਼ਮੇ। ਜਦੋਂ ਤੂੰ ਇਸ ਸ਼ਬਦ ਦੇ ਵਿਸ਼ਵਾਸ ਵਿੱਚ ਆ ਕੇ ਇਹਦੀ ਫਕੀਰੀ, ਇਹਦੀ ਜਿਹੜੀ ਜੀਵਨ ਜਾਚ ਆ, ਇਹਨੂੰ ਅਡਾਪਟ ਕਰ ਲਏਗਾ, ਇਹਨੂੰ ਜੀਣ ਲੱਗ ਜਾਏਗਾ, ਤੇਰੀ ਅੱਖ ਤੇ ਚਸ਼ਮਾ ਲੱਗੇਗਾ। ਤੇ ਫਿਰ ਤੈਨੂੰ ਜਹ ਤਹਾਂ ਮੌਜੂਦ, ਜਿੱਧਰ ਵੇਖੇਗਾ ਉਹਦੀ ਮੌਜੂਦਗੀ ਨਜ਼ਰ ਹੋਏਗੀ, ਲੱਗੇਗਾ ਹਾਜ਼ਰਾ ਹਜ਼ੂਰ ਆ। ਸਭ ਨੇ ਉਹਦੀ ਬਾਤ ਕੀਤੀ ਕਿ ਪੂਰਾ ਗੁਰ ਵੇਖਾਲਿਆ ਸ਼ਬਦੇ ਸੋਝੀ ਪਾਈ। ਪੁਰਖ ਹੈ ਸੇਵੇਂ ਸੇ ਪੁਰਖ ਹੋਵੈ ਜਿਨੀ ਹਉ ਮੈਂ ਸ਼ਬਦ ਚਲਾਈ। ਜਿਹੜੇ ਪੁਰਖ ਨੂੰ ਸੇਵਦੇ ਉਹ ਪੁਰਖ ਵਰਗੇ ਹੋ ਜਾਂਦੇ। ਇਸ ਤਰ੍ਹਾਂ ਹੈ। ਫਿਰ ਬੇਨਤੀ ਕਰਾਂਗਾ, ਚੀਜ਼ਾਂ ਨੂੰ ਜਿਸ ਪਰਸਪੈਕਟਿਵ ਵਿੱਚ ਕਿਹਾ ਜਾਂਦਾ ਉਸ ਪਰਸਪੈਕਟਿਵ 'ਤੇ ਅਸੀਂ ਸਮਝ ਨਹੀਂ ਪਾਉਂਦੇ। ਜਿਵੇਂ ਭਗਤ ਕਬੀਰ ਜੀ ਨੇ ਐਲਾਨੀਆਂ ਤੌਰ 'ਤੇ ਬਾਣੀ 'ਚ ਕਿੰਨੀ ਵਾਰੀ ਲਿਖਿਆ, ਲੋਕ ਜਾਣੈ ਇਹ ਗੀਤ ਹੈ। ਬਾਬਾ ਕਬੀਰ ਕੋਲ ਲੋਕ ਆਉਂਦੇ ਕਈ ਵਾਰੀ ਵੀ ਕਬੀਰ ਸਾਹਿਬ ਕਮਾਲ ਹੈ, ਕਵਿਤਾ ਬੜੀ ਵਧੀਆ ਕਹਿੰਦੇ ਹੋ ਤੁਸੀਂ, ਕੋਈ 2-4 ਕਵਿਤਾਵਾਂ ਹੀ ਸੁਣਾਓ, ਗੀਤ ਹੀ ਸੁਣਾਓ ਸਾਨੂੰ। ਬਾਬਾ ਕਬੀਰ ਜੀ ਕਹਿੰਦੇ ਹੋ ਦੁਨੀਆ ਦੇ ਲੋਕੋ ਇਹ ਗੀਤ ਨਹੀਂ ਜੇ, ਇਹ ਤੁਹਾਨੂੰ ਇੰਟਰਟੇਨ ਕਰਨ ਵਾਸਤੇ, ਇੰਟਰਟੇਨਮੈਂਟ ਵਾਸਤੇ ਮੈਂ ਕੁਛ ਨਹੀਂ ਤੁਹਾਨੂੰ ਉਚਾਰ ਕੇ ਸੁਣਾ ਰਿਹਾ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਤੇ ਬ੍ਰਹਮ ਦੀ ਵਿਚਾਰ ਹੈ। ਇਹ ਤੁਹਾਡਾ ਉਹ ਲੈਵਲ ਨਹੀਂ ਹੈਗਾ। ਜਿਵੇਂ ਸੂਫੀਆਂ ਦੀਆਂ ਕਈ ਵਾਰੀ ਚੀਜ਼ਾਂ ਪੜ੍ਹਦੇ ਲੋਕ ਤੇ ਉਹਨਾਂ ਨੂੰ ਉਹ ਮਜਾਜੀ ਰੰਗ 'ਚ ਲੈ ਜਾਂਦੇ। आपने बुल्ले शाह दी काफ़ी कई बारी पढ़ी होनी है। रांझा रांझा करती नहीं मैं आपे रांझा होई, सद्दो नहीं मैनू तीदों रांझा, कोई हीर ना आखो कोई। आपने जरूर सूफियां दी काफ़ी चीज़ां सुनिया होणगियां। हुण ये जिहड़ा रूप आ बचन आ रहा है, पुरख है सेवें से पुरख होवें। पुरख नूं सेवन वाले पुरख दा रूप हो गए। गुरु अमर रामदास साहब दे शब्द पढ़ते हैं, जिन हर सेविया से हर होए, हर मिलिया केल के लाली। जिन्हां ने हरी नूं सेविया हरी हो गए, ਉਹਦਾ रूप हो गए। मतलब बंदे ਦੀ ਸੁਰਤ ਉਸ ਲੈਵਲ ਜਿਹਨੂੰ ਗੁਰੂ ਸਾਹਿਬ ਨੇ ਹੋਰ ਸਰਲ ਕਰਤਾ। ਸਭ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਇੰਜ ਲੱਗਾ ਮੈਂ ਹਰੀ ਦਾ ਹੀ ਰੂਪ ਹਾਂ। ਸਭ ਕਹਿੰਦੇ ਪੁਰਖ ਹੈ ਸੇਵੈ ਸੇ ਪੁਰਖ ਹੋਵੈ, ਪਰ ਹੋਏਗਾ ਉਦੋਂ ਜਿੰਨੀ ਹਉਮੈ ਸ਼ਬਦ ਜਲਾਈ। ਪਰ ਜਿਹੜੀ ਹਉਮੈ ਹੈ ਉਹ ਕਹਿੰਦੀ ਨਹੀਂ ਨਹੀਂ ਇਹ ਹੋਰ ਹੈ, ਮੈਂ ਹੋਰ ਹਾਂ, ਮੈਂ ਆ ਤੇ ਤੂੰ ਹੀ ਹੈ ਬਸ। ਇਹ ਜਿਹੜਾ ਕਿਸੇ ਨੂੰ ਇਨਕਲੂਡ ਕਰਕੇ ਦੇਖਣਾ, ਕਿਸੇ ਦੇ ਖਿਆਲਾਂ 'ਚ ਆਪਣੇ ਖਿਆਲਾਂ ਨੂੰ ਮਰਜ ਕਰ ਦੇਣਾ, ਇਸ ਤਰ੍ਹਾਂ ਜਾਣੋ ਸਭ ਤੋਂ ਜਿਹੜੀ ਉਮਦਾ ਪ੍ਰੈਕਟਿਸ ਹੈ ਸਪਿਰਿਚੁਅਲਿਟੀ ਦੀ ਇਹ ਹੈ ਕਿ ਇਹ ਕਪਲ ਲਾਈਫ, ਜਿਹਨੂੰ ਅਸੀਂ ਹਸਬੈਂਡ ਵਾਈਫ ਲਾਈਫ ਕਹਿੰਦੇ ਹੈਗੇ ਆ। ਇਹ ਸਾਰਾ ਪੁਰਖ ਨਾਰ ਦੀ ਗੱਲ ਹੀ ਹੋ ਰਹੀ ਹੈ ਇਹਦੇ ਵਿੱਚ। ਪਰ ਅਨਫੋਰਚੂਨੇਟਲੀ ਇਹ ਸਾਰਾ ਕੁਝ ਸਾਡਾ ਜਿਹੜਾ ਆ ਉਹ ਸੌਰੀ ਟੂ ਸੇ ਲਸਟ ਓਰੀਐਂਟਡ ਜਾਂ ਉਸ ਕਿਸਮ ਦੀ ਸੋਚ 'ਚ ਚਲਾ ਗਿਆ ਅਤੇ ਫਿਜ਼ੀਕਲ ਸਾਈਡ ਤੋਂ ਅਸੀਂ ਇਸ ਰਿਲੇਸ਼ਨਸ਼ਿਪ ਨੂੰ ਜਿਹੜਾ ਹੈ ਮੰਨ ਲਿਆ। ਬਾਣੀ ਇਹ ਨਹੀਂ ਮੰਨਦੀ। ਬਾਣੀ ਕਹਿੰਦੀ ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ। ਇਹ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਡਜ਼ਨਟ ਗੈਟ established just by living together. Then Baba ji, how can we establish a meaningful relationship? ਬਾਬਾ ਜੀ ਸਿੰਘ ਏਕ ਜੋਤ ਦੋਏ ਮੂਰਤੀ, ਦੋ ਮੂਰਤਾਂ ਇੱਕ ਜੋਤ ਹੋ ਗਈਆਂ। ਹੁਣ ਦੋ ਮੂਰਤਾਂ ਇੱਕ ਜੋਤ ਕਿਵੇਂ ਹੋਣਗੀਆਂ? ਵਿਚਾਰ ਦੇ ਲੈਵਲ 'ਤੇ, ਖਿਆਲ ਦੇ ਲੈਵਲ 'ਤੇ, ਸੋਚ ਦੇ ਲੈਵਲ 'ਤੇ। ਇੱਥੇ ਵੀ ਰੱਬ ਦਾ ਪਾਉਣਾ ਸੋਚ, ਖਿਆਲ, ਵਿਚਾਰ। ਫਿਰ ਬਚਨ ਆ ਰਿਹਾ ਹਉਮੈ ਸ਼ਬਦ ਜਲਾਈ। ਹਉਮੈ ਨੂੰ ਸ਼ਬਦ ਨਾਲ, ਖਿਆਲਾਂ ਦੇ ਵਿੱਚ ਹੰਕਾਰ ਨਹੀਂ ਰਹਿ ਗਿਆ, ਹਉ ਨਹੀਂ ਰਹਿ ਗਈ, ਮੈਂ ਨਹੀਂ ਰਹਿ ਗਿਆ, ਤੂੰ ਦਾ ਤਸੱਵੁਰ ਹੋ ਗਿਆ।
ਇਹਦੇ ਨਾਲ ਬੰਦੇ ਦੀ ਦੁਨੀਆ 'ਚ ਲਾਲਚ ਘਟਦਾ ਹੈ, ਸਵਾਰਥ ਘਟਦਾ ਆ, ਹਵਸ ਘਟਦੀ ਹੈ। ਜਿਵੇਂ ਇਹ ਚੀਜ਼ ਘਟਦੀ ਹੈ, ਜੀਵਨ ਜਿਵੇਂ ਇੱਕ ਫਰ ਨਹੀਂ ਉੱਡਦੀ ਹਵਾ ਦੇ ਵਿੱਚ, ਐਵੇਂ ਫਿਰ ਸੋਚ ਇਸ ਤਰੀਕੇ ਨਾਲ ਉੱਡਣ ਲੱਗ ਜਾਂਦੀ ਹੈ, ਭਾਰ ਨਹੀਂ ਰਹਿ ਜਾਂਦਾ। ਮੈਂ ਕਿਹਾ ਮੋਢਿਆਂ ਤੇ ਵਜਨ ਜਿਹੜਾ ਪਿਆ ਨਾ, ਬੇਤਹਾਸ਼ਾ ਵੇਟ ਚੱਕਿਆ ਬੰਦੇ ਨੇ, ਉਹ ਘਟ ਜਾਂਦਾ, ਜੀਵਨ ਹਲਕਾ ਹੋ ਜਾਂਦਾ ਉਸ ਰੂਪ ਦੇ ਵਿੱਚ। ਉਹਦੀ ਬਾਤ ਮਹਾਰਾਜ ਕਹਿੰਦੇ, ਸ਼ਬਦ ਹੈ ਹਉਮੈ ਸ਼ਬਦ ਜਲਾਈ, ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਬਾਕੀ ਕਰਤਾਰ ਤੇ ਉਹ ਆਪ ਹੀ ਆਪ ਹੈ, ਉਹਦਾ ਕੋਈ ਸ਼ਰੀਕ ਨਹੀਂਗਾ। ਉਹ ਮਤਲਬ ਇਹ 2 4 5 10 15 50 100 ਰੱਬ ਨਹੀਂ ਹੈਗੇ, ਬਾਣੀ ਇਹ ਕਹਿ ਰਹੀ ਹੈ, ਇੱਕੋ ਹੀ ਹੈ ਉਹ, ਉਹਦਾ ਸ਼ਰੀਕ ਕੋਈ ਨਹੀਂ। ਫਿਰ ਨਾ ਕੋ ਕੰਟਕ ਵੈਰਾਈ, ਉਹ ਰੱਬ ਮੇਰਾ ਜਾਂ ਮੇਰੇ ਕੁਝ ਖਾਸ ਬੰਦਿਆਂ ਦਾ, ਮੇਰੀ ਕੁਝ ਖਾਸ ਕਮਿਊਨਿਟੀ ਦਾ, ਮੇਰੀ ਕੁਝ ਖਾਸ ਕੌਮ ਦਾ, ਉਹਦਾ ਤੇ ਹੈਗਾ ਉਹ ਕਰਨਧਾਰ, ਉਹ ਤੇ ਹੈ ਉਹਦੀ ਤੇ ਫੇਵਰੇਟ ਹੈ, ਉਹ ਦੂਜਿਆਂ ਦਾ ਦੁਸ਼ਮਣ ਹੈ। ਬਾਬਾ ਜੀ ਕਹਿੰਦੇ ਉਹਦਾ ਕੋਈ ਕੰਟਕ ਵੈਰਾਈ ਨਹੀਂ ਹੈਗਾ, ਉਹਦੀ ਕਿਸੇ ਨਾਲ ਕੋਈ ਐਨਿਮਿਟੀ ਨਹੀਂ ਹੈਗੀ, ਕੋਈ ਦੁਸ਼ਮਣੀ ਨਹੀਂ ਹੈਗੀ, ਉਹ ਤੇ ਸਭ ਦਾ ਆ। ਬਾਣੀ ਨੇ ਕਿਹਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਭ ਦਾ ਸਾਂਝਾ ਪਿਤਾ ਆ, ਸਭ ਨੂੰ ਸਾਂਝੇ ਰੂਪ ਦੇ ਸਮਝਣ ਤੇ ਵੇਖਣ ਵਾਲਾ ਆ। ਜੇ ਮੈਂ ਇਹੋ ਜਿਹੇ ਰੱਬ ਨੂੰ ਮੰਨਦਾ ਤੇ ਫਿਰ ਮੈਨੂੰ ਕੀ ਕਰਨਾ ਚਾਹੀਦਾ? ਸਭ ਨੂੰ ਸਾਂਝੇ ਰੂਪ ਵਿੱਚ ਵੇਖਣਾ ਚਾਹੀਦਾ। ਮੈਂ ਕਿਉਂ ਕਿਸੇ ਨੂੰ ਵੈਰੀ ਰੂਪ ਵਿੱਚ ਵੇਖਦਾ ਹਾਂ? ਐਕਚੁਅਲੀ ਐਕਸਰਸਾਈਜ਼ ਕਰਨ ਦੀ ਗੱਲ ਹੋ ਰਹੀ ਹੈ ਸਾਰੀ ਇੱਥੇ। ਅਗਲਾ ਬਚਨ ਲੈ ਲਈਏ, ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਨਾ ਆਵੈ ਨਾ ਜਾਈ। ਅਸੀਂ ਤੁਸੀਂ ਸਦਾ ਨਹੀਂ ਰਹਿਣਾ, ਬਦਲ ਜਾਣਾ ਆ। ਕੱਲ ਨਹੀਂ ਸੀ ਹੈਗੇ, ਅੱਜ ਹੈਗੇ ਆ, ਕੱਲ ਨਹੀਂ ਹੋਵਾਂਗੇ। ਉਹ ਜਿਹੜੀ ਜੋਤ, ਉਹ ਜਿਹੜੀ ਅਸਲ ਐਗਜ਼ਿਸਟੈਂਸ ਆ, ਸਤਨਾਮ ਆ, ਉਹ ਹਮੇਸ਼ਾ ਹੀ ਹੈ। ਬਾਬਾ ਜੀ ਕਹਿੰਦੇ ਸੁਰਤ ਉਹਦੇ 'ਚ ਜੋੜ, ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਨਾ ਆਵੈ ਨਾ ਜਾਈ। ਅਨਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ। ਜਿਹੜੇ ਉਹਦੇ ਸੇਵਕ ਬਣ ਜਾਂਦੇ, ਉਹ ਫਿਰ ਰਾਤ ਦਿਨ ਉਹਦਾ ਗੁਣਗਾਨ ਕਰਦੇ, ਉਹਦੀ ਸੇਵਾ ਵਿੱਚ ਲੱਗੇ ਰਹਿੰਦੇ। ਨਾਨਕ ਵੇਖ ਵਿਗਸਿਆ, ਹਰ ਸੱਚੇ ਕੀ ਵਡਿਆਈ। ਇਹ ਨਾਨਕ ਉਸ ਸੱਚੇ ਦੀ ਵਡਿਆਈ ਵੇਖ ਵੇਖ ਕੇ ਵਿਗਸ ਰਿਹਾ, ਖੁਸ਼ ਹੋ ਰਿਹਾ। ਕੰਪਲੇਨਸ, resentment, some sort of enmity you can say, or some sort of ਜਿਹੜਾ ਇੱਕ ਤਰ੍ਹਾਂ ਦਾ ਬੰਦੇ ਦੇ ਅੰਦਰ ਇੱਕ ਸੰਸਾਰ ਦੇ ਪ੍ਰਤੀ ਇੱਕ ਮਤਲਬ ਇੱਕ ਇਤਰਾਜ਼, ਇੱਕ ਗਿਲਾ ਸ਼ਿਕਵਾ, ਇਹ ਸਭ ਚੀਜ਼ਾਂ ਜਿਹੜੀਆਂ ਨੇ, ਅਧਿਆਤਮੀ ਬੰਦਾ ਇਹਨਾਂ 'ਚ ਨਹੀਂ ਹੁੰਦਾ। ਨਿਸ਼ਾਨੀ ਉਹਦੀ ਹੈ, ਉਹਦੇ ਲਈ ਦਿਨ ਆ ਜਾਂ ਰਾਤ ਆ ਭਲਾ ਹੀ ਹੈ, ਉਹਦੇ ਲਈ ਦੁੱਖ ਆ ਸੁੱਖ ਆ ਭਲਾ ਹੀ ਹੈ। ਉਹਨੂੰ ਹਰ ਚੀਜ਼ ਵਿੱਚੋਂ ਇੱਕ, ਜਿਹਨੂੰ ਪੋਜ਼ਿਟਿਵਿਟੀ ਦੀ ਬਾਤ ਕਹਿੰਦੇ ਹਾਂ ਅਸੀਂ। ਇੱਥੇ ਸਾਹਿਬ ਕਹਿੰਦੇ ਨਾਨਕ ਵੇਖ ਵਿਗਸਿਆ, ਹਰ ਸੱਚੇ ਕੀ ਵਡਿਆਈ। ਪੌੜੀ, ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨ ਕੋ ਰੱਖਣ ਹਾਰਾ। ਬਾਕੀ ਇਹ ਸੋਚ ਨਾਮ ਦੀ ਹੈ ਤੇ ਨਾਮ ਰਾਖਾ ਬਣਦਾ ਸਾਡੀ ਸੁਰਤ ਵਿੱਚ ਆ ਕੇ। ਪਰ ਸਾਹਿਬ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਆ ਕੇ, ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਖਾਈ, ਮਿੱਤਰ ਹਮਾਰਾ। ਸੰਸਾਰ ਦੇ 'ਚ ਕੁਝ ਰਿਸ਼ਤੇ ਐਸੇ ਨੇ ਜਿਨ੍ਹਾਂ 'ਚੋਂ ਸੁੱਖ ਮਿਲਦਾ, ਪਰ ਸੁੱਖ ਦੀ ਬਜਾਏ ਜੇ ਬੰਦਾ ਨਾ ਡੀਲ ਕਰਨਾ ਆਵੇ ਤੇ ਦੁੱਖ ਪ੍ਰਾਪਤ ਕਰਦਾ, ਸਭ ਤੋਂ ਵੱਡਾ ਦੁੱਖ। ਕਿਉਂਕਿ ਫੈਮਿਲੀ ਲਾਈਫ ਸੁੱਖ ਦਾ ਸੋਰਸ ਆ, ਪਰ ਜੇ ਡੀਲ ਕਰਨਾ ਨਾ ਆਇਆ, ਇਸ ਤੋਂ ਵੱਡਾ ਕਲੇਸ਼ ਕੋਈ ਨਹੀਂਗਾ। ਇੱਥੇ ਸਾਹਿਬ ਨੇ ਕਿਹਾ ਹਰ ਨਾਮ ਪਿਤਾ, ਹਰ ਨਾਮੋ ਮਾਤਾ, ਕਿਉਂਕਿ ਪਿਤਾ ਮਾਤਾ ਮਿੱਤਰ ਸਭ ਨਾਮ ਦੇ ਜਾਵੀਏ ਨਾਲ ਆ ਗਏ। ਇਹਦੇ ਵਿੱਚ ਪ੍ਰੇਮ ਦੀ ਪ੍ਰਵਿਰਤੀ ਆ ਗਈ, ਦੇਣ ਦੀ ਬਿਰਤੀ ਆ ਗਈ, ਲੈਣ ਦੀ ਬਿਰਤੀ ਘਟ ਗਈ, ਰੱਬ ਦੇ ਹੁਕਮ ਦੀ ਪਾਲਣਾ ਦੀ ਬਾਤ ਆ ਗਈ। ਸੰਸਾਰ ਸੋਹਣਾ ਹੋ ਗਿਆ, ਰਿਸ਼ਤੇ ਵੀ ਸੋਹਣੇ ਹੋ ਗਏ। ਲੱਗਦਾ ਇੰਝ ਜਿਵੇਂ ਮਾਤ ਪਿਤਾ ਮਿੱਤਰ ਇਹ ਕੋਈ ਹੋਰ ਨਹੀਂ, ਮੇਰਾ ਰੱਬ ਹੀ ਹੈ ਸਭ ਕੁਛ। ਆ ਰੂਪ ਆ ਗਿਆ, ਉਹਦੀ ਬਾਤ ਹੋਈ ਇਹਦੇ ਅੰਦਰ। ਫਿਰ ਕਿਹਾ ਹਰਨਾਮੈ ਨਾਲ ਗੱਲਾਂ, ਹਰਨਾਮੈ ਨਾਲ ਮਸਲਤ, ਹਰਨਾਮ ਹਮਾਰੀ ਕਰਦਾ ਨਿਤ ਸਾਰਾ। ਨਾਮ ਹੀ ਮੇਰੀ ਗੱਲਬਾਤ ਹੈ, ਨਾਮ ਹੀ ਮੇਰੀ ਸਲਾਹ ਮਸ਼ਵਰਾ ਹੈ। ਮਸਲਤ ਸਲਾਹ ਨੂੰ ਕਹਿੰਦੇ ਨੇ। ਹਰਨਾਮ ਹਮਾਰਾ ਕਰਦਾ ਨਿਤ ਸਾਰਾ, ਤੇ ਨਾਮ ਹੀ ਮੇਰੀ ਸਾਰ ਲੈਣ ਵਾਲਾ। ਮੁਰਾਦ ਇਹੀ ਹੈ, ਮੈਂ ਨਾਮ ਤੇ ਨਾਮੀ ਨਾਲ ਆਤਮਸਾਤ ਹੋ ਗਿਆ। ਹਰਨਾਮ ਹਮਾਰੀ ਸੰਗਤ ਅਤ ਪਿਆਰੀ, ਹਰਨਾਮ ਕੁਲ ਹਰਨਾਮ ਪਰਵਾਰਾ। ਮੇਰੀ ਕੁਲ ਪਰਿਵਾਰ ਤੇ ਸੰਗਤ ਸਭ ਨਾਮ ਆ। ਜਨ ਨਾਨਕ ਕੋ ਹਰਨਾਮ ਹਰ ਗੁਰ ਦੀਆ, ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਇਸ ਨਾਨਕ ਨੂੰ ਸਤਿਗੁਰੂ ਨੇ ਇਸ ਨਾਮ ਦਾ ਰਾਹ ਦੇ ਦਿੱਤਾ, ਜਿਨੇ ਮੇਰੇ ਜੀਵਨ ਦਾ ਹਰ ਤਰ੍ਹਾਂ ਦਾ ਪਾਰ ਉਤਾਰਾ ਕਰ ਦਿੱਤਾ। ਜੇ ਇਸ ਤਰ੍ਹਾਂ ਜਾਣੋ, ਗੱਲ ਕੁਛ ਵੀ ਨਹੀਂ ਜੇ ਬੰਦਾ ਸੋਚੇ, ਤੇ ਗੱਲ ਸਭ ਕੁਝ ਹੀ ਹੈ। ਸਾਡੇ ਸੋਚਣ ਦਾ ਢੰਗ, ਤਰੀਕਾ, ਖਿਆਲ, ਬਚਨ, ਇਹ ਚੀਜ਼ਾਂ ਬਦਲ ਜਾਣ, ਜੀਵਨ ਬਦਲ ਜਾਏਗਾ। ਜੇ ਚੀਜ਼ਾਂ ਨਹੀਂ ਬਦਲਣਗੀਆਂ, ਕੁਝ ਵੀ ਨਹੀਂ ਬਦਲੇਗਾ।
महाराज कहते नाम के जरिए तो अपनी सोच बदल, बाकी सब आप ही बदल जाएगा। यही नाम की ताकत है। इन्नियां कुछ बिनतियां नाल खिमा भुलां गलतियां ना चितारिओ जे। इत्थे ही समाप्ति करते हैं। रागी वीर अगला प्रोग्राम हो रन करनगे। मैनूं इजाजत देनी, कह देना जी वाहिगुरू जी का खालसा वाहिगुरू जी की फतेह।